ਦਸਵੇਂ ਗੋਬਿੰਦ ਸਿੰਘ ਗੁਰੂ ਨਮੋ ਚਰਨ ਅਰਬਿੰਦ। ਜਿਸ ਮਹਿ ਅੰਮ੍ਰਿਤ ਗਿਆਨ ਹੈ, ਮਾਣਿਕ ਭਗਤ ਵੈਰਾਗ। ਗੁਰੂ ਗ੍ਰੰਥ ਸਾਹਿਬ ਉਦਦ, ਬੰਦੋ ਕਰ ਅਨਰਾਗ। ਸ੍ਰੀ ਗੁਰ ਸ਼ਬਦ ਕਮਾਏ ਜਿਨ, जीते पंच विकार। तिन संतन को बंदना, सिर चरणन पर धार। एक ओंकारा सतगुरु, तिह प्रसाद सच होए। वाहिगुरु जी की फतेह, विघ्न विनाशन सोए। वाहिगुरु जी की फतेह, विघ्न विनाशन सोए। सतनाम श्री वाहिगुरु साहिब जी। दोहरा श्री नानक आनन पनै। सोन मरदाना कान, हम संग ऐसे ही सदा। रहो आप परमान, श्री नानक आनन पनै। वाहिगुरु जी का खालसा, वाहिगुरु जी की फतेह। सतगुरु गरीब नवाज, भगत वत्सल, धन धन श्री गुरु नानक देव साहिब जी महाराज। धन धन श्री गुरु गोबिंद सिंह साहिब जी महाराज। दसे गुरु साहिबाना दी आत्मक जोत, जागदी जोत। चवर छतर सिंघासन, तख्त दे मालक। धन धन श्री गुरु ग्रंथ साहिब जी महाराज। सतगुरु जी दी साजी नवाजी, गुरु रूप गुरु प्यारी, गुरु सवारी साध संगत जीओ। आप जी वड्डियां भागां वाले वडभागी हो, जो धन धन श्री गुरु ग्रंथ साहिब महाराज जी दे दर्शन करके गुरु अर्जन देव महाराज जी दे सुंदर दरबार अंदर हाजरियां भर के गुरु साहिब जी दियां खुशियां प्राप्त कर रहे हो। महाराज जी दे सोहणे दरबार संध्या दे समय तो सज रहे हैं। आप संगतां ने गुरु साहिब जी की बाणी का जाप सरवण करके लाह प्राप्त किया है। गुरु नानक देव महाराज सच्चे पातशाह जी की जो लड़ीवार कथा संगतां नूं सरवण कराई जाती है, हुण उस कथा का समा होया है। जिवें भाई मरदाना जी रबाबी जो फिरंदा सी, उस पासों रबाब लैके आए सतगुरु जी की आग्या नाल ही वो रबाबी फिरंदा भी आ गया। इत्थे जिथे सतगुरु जी सुल्तानपुर के नेड़े उजाड़ विच विराजमान सन, आके दर्शन किते, मत्था टेकिया है। गुरु नानक साहिब जी नूं कहा है कि महाराज मैं अपने बारे होर की दसां भी मैं कौन हाँ, आप अंतरजामी सब जानते हो। मेरे मन में आप जी के दर्शनां की बड़ी चाहना इच्छा सी। आप जी का दर्शन करके मैनूं बहुत खुशी हुई है। इधर सतगुरु जी ने भाई मरदाना जी नूं कहा है कि भाई मरदाना जी, आप जी ने बहुत दिन ला दिते हैं, सारी गलबात दसो आप जी। भाई मरदाना जी ने कहा कि महाराज
ਸੱਚੇ ਪਾਤਸ਼ਾਹ ਜੀ 3 ਦਿਨ ਜਾਂਦਿਆਂ ਲੱਗ ਗਏ, 2 ਦਿਨ ਢੂੰਡਦਿਆਂ ਲੱਭਦਿਆਂ 6ਵੇਂ ਦਿਨ ਮਿਲੇ ਸਨ ਭਾਈ ਫਰੰਦਾ ਜੀ। 3 ਦਿਨ ਹੀ ਆਉਂਦਿਆਂ ਵਾਪਸ ਲੱਗ ਗਏ। ਆ ਜਿਹੜਾ ਰਬਾਬ ਲਿਆਂਦਾ ਸੋਹਣਾ, ਇਹਨਾਂ ਨੇ ਦਾਨ ਕੀਤਾ, ਭੇਟਾ ਕੀਤਾ ਆਪ ਜੀ ਨੂੰ। ਗੁਰੂ ਸਾਹਿਬ ਜੀ ਅੰਤਰਜਾਮੀ ਸਭ ਜਾਣਦੇ ਹੈ। ਫਿਰ ਕਿਹਾ ਹੈ ਕਿ ਜਦੋਂ ਭਾਈ ਫਰੰਦਾ ਜੀ ਨੇ ਦਰਸ਼ਨ ਕਰ ਲਏ, ਮਹਾਰਾਜ ਜੀ ਸੱਚੇ ਪਾਤਸ਼ਾਹ ਜੀ ਕਿਰਪਾ ਕਰੋ, ਆਗਿਆ ਬਖਸ਼ੋ, ਮੈਂ ਜਾਵਾਂ ਹੁਣ, ਮੇਰਾ ਇਹੀ ਕੰਮ ਸੀ ਆਪ ਜੀ ਨੂੰ ਇਹ ਰਬਾਬ ਪਹੁੰਚਾਉਣਾ। ਭਾਈ ਮਰਦਾਨਾ ਜੀ ਨੂੰ ਨਾਲ ਕਿਹਾ ਹੈ ਕਿ ਤੁਸੀਂ ਜਾਓ, ਛੱਡ ਆਓ, ਵਿਦਾ ਕਰ ਆਓ। ਨਾਲ ਗਏ ਭਾਈ ਮਰਦਾਨਾ ਜੀ। ਇਹ ਭਾਈ ਫਰੰਦਾ ਉਸੇ ਵੇਲੇ ਹੀ ਅੰਤਰ ਧਿਆਨ ਹੋ ਗਏ, ਗੁਪਤ ਹੋ ਗਏ, ਅਲੋਪ ਹੋ ਗਏ। ਭਾਈ ਮਰਦਾਨਾ ਜੀ ਹੈਰਾਨ ਹੋ ਗਏ ਵੀ ਇਹ ਮੇਰੇ ਨੇਤਰਾਂ ਨੂੰ ਕੀ ਹੋ ਗਿਆ ਹੈ, ਹੁਣੇ ਮੇਰੇ ਨਾਲ ਸੀ, ਐਵੇਂ ਕਿਵੇਂ ਗਾਇਬ ਗੁਪਤ ਹੋ ਸਕਦੇ। ਫਿਰ ਸਤਿਗੁਰ ਜੀ ਕੇ ਪਾਸ ਆ ਬੈਠੇ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਕਿੱਥੋਂ ਕੁ ਤੱਕ ਛੱਡ ਆਏ ਹੋ ਆਪ ਜੀ। ਭਾਈ ਮਰਦਾਨਾ ਜੀ ਕਹਿਣ ਲੱਗੇ, ਸਤਿਗੁਰੂ ਜੀ ਕੀ ਦੱਸਾਂ, ਉਹਦੇ ਨਾਲ ਗਏ ਸੀ, ਉਸੇ ਵੇਲੇ ਛੁਪ ਗਏ, ਦਿਸੇ ਨਹੀਂ ਕਿਤੇ। ਜਿਵੇਂ ਆਮ ਮਨੁੱਖ ਹੁੰਦੇ ਉਵੇਂ ਤੇ ਉਹ ਜਾਣੇ ਨਹੀਂ ਸੀ ਜਾਂਦੇ ਉਹਨਾਂ ਦੀ ਕੀ ਗੁਰੂ ਸਾਹਿਬ ਜੀ ਅਵਸਥਾ ਹੈ, ਕੀ ਰੀਤੀ ਹੈ, ਉਹ ਆਪ ਜੀ ਦੱਸੋ ਸਾਨੂੰ। ਫਿਰ ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਭਾਈ ਮਰਦਾਨਾ ਜੀ ਇਹ ਮਾਤ ਲੋਕ ਤੋਂ ਨਹੀਂ ਸਨ, ਜੋ ਦੇਵਤਿਆਂ ਦੇ ਰਾਗੀ ਹੈ ਸਵਰਗਪੁਰੀ ਵਿੱਚ, ਉਹ ਦੇਵਤਿਆਂ ਦੇ ਰਾਗੀਆਂ ਵਿੱਚੋਂ ਇਹ ਸਾਧੂ ਸੀ। ਇਹ ਭਾਈ ਫਰੰਦਾ ਬਹੁਤ ਲੰਮੇ ਸਮੇਂ ਦੀ ਇਹਦੀ ਚਾਹਨਾ ਇੱਛਾ ਸੀ ਸਾਨੂੰ ਰਬਾਬ ਦੇਣ ਦੀ, ਉਹ ਅੱਜ ਦੇ ਦਿੱਤਾ, ਤੁਸੀਂ ਵਜਾਓ। ਭਾਈ ਮਰਦਾਨਾ ਜੀ ਕਹਿੰਦੇ 7 ਵਚਨ ਗੁਰੂ ਸਾਹਿਬ ਜੀ ਉਹ ਰਬਾਬ ਲੈ ਕੇ ਸੁਰ ਵਿੱਚ ਕਰਨ ਲੱਗੇ। ਗੁਰੂ ਸਾਹਿਬ ਜੀ ਨੇ ਕਿਹਾ ਹੈ ਕਿ ਸੁਰ ਵਿੱਚ ਕਰਨ ਦੀ ਜ਼ਰੂਰਤ ਨਹੀਂ ਹੈ, ਆਪਣੇ ਆਪ ਹੀ ਸੁਰ ਵਿੱਚ ਹੋ ਜਾਣਾ। ਕਹਿੰਦੇ ਮਹਾਰਾਜ 7 ਵਚਨ ਉਸੇ ਤਰ੍ਹਾਂ ਹੀ ਕੀਤਾ। ਜਦੋਂ ਹੀ ਭਾਈ ਮਰਦਾਨਾ ਜੀ ਨੇ ਰਬਾਬ ਨੂੰ ਛੇੜਿਆ ਤਾਰਾਂ ਜੀਆਂ ਨੂੰ, ਉਹਦੇ ਵਿੱਚੋਂ ਬੜੀ ਸੋਹਣੀ ਆਵਾਜ਼ ਆਈ ਹੈ, ਹੇ ਗੁਰੂ ਨਾਨਕ ਸਾਹਿਬ ਧੰਨ ਤੂੰ ਹੀ ਨਿਰੰਕਾਰ, ਧੰਨ ਤੂੰ ਹੀ ਕਰਤਾਰ। ਗੁਰੂ ਨਾਨਕ ਸਾਹਿਬ ਜੀ ਦੇ ਪਰਥਾਏ ਬੇਨਤੀਆਂ ਨਿਕਲੀਆਂ ਰਬਾਬ ਦੇ ਰਾਹੀਂ। ਮਹਾਰਾਜ ਜੀ ਦੀ ਸਮਾਧੀ ਲੱਗ ਗਈ। ਉਸ ਵਕਤ ਇਹ ਸੋਹਣੀ ਆਵਾਜ਼ ਸੁਣਦਿਆਂ ਸਾਰ ਇੱਧਰ ਜੋ ਜੰਗਲ ਵਿੱਚ ਪਸ਼ੂ ਪੰਛੀ ਉਹ ਤੇ ਮੋਹੇ ਗਏ ਹੈ, ਰੁੱਖਾਂ ਵਿੱਚੋਂ ਰਸ ਚੋਣ ਲੱਗ ਪਿਆ ਹੈ। ਸਾਰਾ ਜੰਗਲ ਜਿਹੜਾ ਉਹ ਜਿਹੜੇ ਜੜ ਉਹ ਚੇਤਨ ਹੋ ਗਏ, ਜਿਹੜੇ ਚੇਤਨ ਉਹ ਜੜ ਹੋ ਗਏ ਹੈ। ਗੁਰੂ ਮਹਾਰਾਜ ਜੀ ਦੀ ਸਮਾਧੀ ਐਸੀ ਅਡੋਲ ਲੱਗੀ ਹੈ, 10ਵੇਂ ਦਵਾਰ ਵਿੱਚ ਸਵਾਸ ਟਿਕ ਗਏ ਹੈ। 2 ਦਿਨ ਸਮਾਧੀ ਲੱਗਿਆਂ ਬੀਤ ਗਏ। ਇੱਧਰ ਭਾਈ ਮਰਦਾਨਾ ਜੀ ਨੂੰ ਭੁੱਖ ਲੱਗ ਗਈ। ਵੇਖਦੇ ਇੱਧਰ ਉੱਧਰ ਵੀ ਮਹਾਰਾਜ ਜੀ ਦੀ ਸਮਾਧੀ ਲੱਗ ਗਈ ਹੈ, ਹੁਣ ਮੈਂ ਕੀ ਖਾਵਾਂ, ਛੱਡ ਕੇ ਵੀ ਨਹੀਂ ਜਾ ਸਕਦਾ ਤੇ ਜਿਹੜਾ ਇੱਥੇ ਰਿਹਾ ਵੀ ਨਹੀਂ ਜਾ ਰਿਹਾ। ਮੇਰੇ ਤੇ ਬੜੀ ਔਖੀ ਗੱਲ ਬਣ ਗਈ, ਮੇਰਾ ਕਿਵੇਂ ਇਹਨਾਂ ਦੇ ਨਾਲ ਬਣੇਗੀ, ਕਿਵੇਂ ਨਿਭੇਗੀ ਇਸ ਤਰ੍ਹਾਂ, ਕਿੰਨਾ ਕਸ਼ਟ ਹੋ ਰਿਹਾ ਅੱਜ। ਫਿਰ ਕਿਤੇ ਸਮਾਧੀ ਲੱਗ ਗਈ ਤੇ ਇਸੇ ਤਰ੍ਹਾਂ ਹੀ ਮੈਨੂੰ ਕਸ਼ਟ ਹੋਣਾ। ਜਦੋਂ ਸਤਿਗੁਰੂ ਜੀ ਉਹ ਸਮਾਧੀ ਤੋਂ ਉਥਾਨ ਹੋਏ, ਮੈਂ ਤੇ ਵਿਦਾਇਗੀ ਲੈ ਲੈਣੀ, ਮਹਾਰਾਜ ਮੈਂ ਨਹੀਂ ਰਹਿਣਾ, ਮੈਂ ਤੇ ਚਲਿਆ ਜਾਣਾ ਹੈ। ਇਸ ਤਰ੍ਹਾਂ ਸੋਚਾਂ ਵਿਚਾਰਾਂ ਕਰਦਿਆਂ ਸਾਰੀ ਰਾਤ ਬੀਤ ਗਈ। ਅਗਲਾ ਦਿਨ ਚੜ੍ਹਿਆ। ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਨੇਤਰ ਖੁੱਲ੍ਹੇ। ਅੰਤਰਜਾਮੀ ਸਤਿਗੁਰੂ ਜੀ ਕਹਿਣ ਲੱਗੇ, ਭਾਈ ਮਰਦਾਨਾ ਜੀ ਕੀ ਗੱਲ ਹੈ, ਕਿਸ ਤਰ੍ਹਾਂ ਦੀ ਤੁਹਾਡੀ ਖਬਰਸਾਰ ਹੈ, ਤੁਹਾਡਾ ਜਿਹੜਾ ਚਿਹਰਾ ਹੈ ਬੜਾ ਮੁਰਝਾਇਆ ਹੋਇਆ। ਕਹਿਣ ਲੱਗੇ ਮਹਾਰਾਜ ਕੀ ਦਸੀਏ, ਆਪ ਤੇ ਸਮਾਧੀ ਵਿੱਚ ਹੋ ਗਏ ਹੋ, ਆਪ ਪਰਮੇਸ਼ਰ ਰੂਪ ਹੋ, ਆਪ ਜੀ ਨੂੰ ਭੁੱਖ ਨਹੀਂ ਹੈ, ਕੋਈ ਪਿਆਸ ਨਹੀਂ ਹੈ। ਸਾਡਾ ਤੇ ਮਨੁੱਖ ਸਰੀਰ ਹੈ, ਇਹਨੂੰ 2-3 ਟਾਈਮ ਪ੍ਰਸ਼ਾਦਾ ਵੀ ਚਾਹੀਦਾ ਹੈ, ਤਨ ਢੱਕਣ ਲਈ ਕੱਪੜਾ ਵਸਤਰ ਵੀ ਚਾਹੀਦਾ ਹੈ। ਤੇ ਇਸ ਤਰ੍ਹਾਂ ਤੇ ਗੁਰੂ ਸਾਹਿਬ ਜੀ ਮੇਰੀ ਨਿਭਣੀ ਨਹੀਂ ਹੈ। ਮੈਂ ਤੇ ਸਿੱਧਾ ਯਕੀਨ ਆ ਜੇ ਮੈਨੂੰ ਆਪਣੇ ਨਾਲ ਰੱਖਣਾ ਹੈ
ਤੇ ਜਾਂ ਤੇ ਮੇਰੀ ਭੁੱਖ ਪਿਆਸ ਦੂਰ ਕਰ ਦਿਓ ਆਪਣੇ ਵਾਂਗ, ਜਾਂ ਫਿਰ ਮੈਨੂੰ ਰਜਵਾ ਭੋਜਨ ਦਿਆ ਜੀ। ਰਜਵਾ ਭੋਜਨ ਦਿਓ ਮੈਨੂੰ, ਫਿਰ ਮੈਂ ਰਹਿ ਸਕਦਾ, ਨਹੀਂ ਤੇ ਮੈਂ ਨਹੀਂ ਰਹਿ ਸਕਦਾ। ਇਹੋ ਜਿਹੇ ਜਿਹੜੇ ਬਚਨ ਸੁਣ ਕੇ ਜਦੋਂ ਹੋਰ ਵੀ ਕਿਹਾ ਕਿ ਇੱਕ ਵੇਖੋ ਮੇਰਾ ਸਰੀਰ ਕਮਜ਼ੋਰ ਹੋ ਰਿਹਾ ਹੈ, ਸਰੀਰ 'ਚ ਬਲ ਨਹੀਂ ਰਹਿ ਰਿਹਾ, ਫਿਰ ਪੈਦਲ ਚੱਲਣਾ ਪੈਂਦਾ, ਤੁਹਾਡੇ ਨਾਲ ਨਾਲ ਜਾਣਾ ਪਵੇਗਾ ਹਰ ਥਾਂ। ਇਸ ਤਰ੍ਹਾਂ ਤੇ ਗੁਰੂ ਸਾਹਿਬ ਜੀ ਗੁਜ਼ਾਰਾ ਨਹੀਂ ਹੋਣਾ, ਮੇਰਾ ਬੰਦੋਬਸਤ ਕਰੋ ਜਿਸ ਤਰ੍ਹਾਂ ਵੀ ਹੁੰਦਾ ਹੈ। ਉਸ ਵਕਤ ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਜਿਵੇਂ ਬਚਨ ਕਹੇ ਹੈ, ਉਹ ਪ੍ਰਸੰਗ ਅੱਜ ਆ ਰਹੇ ਹੈ। ਜਿਵੇਂ ਵੀ ਪ੍ਰਸੰਗ ਆ ਰਹੇ, ਕਥਾ ਆ ਰਹੀ, ਆਪਾਂ ਸਰਵਣ ਕਰੀਏ। ਸਰਵਣ ਕਰਨ ਤੋਂ ਪਹਿਲਾਂ ਸਤਿਗੁਰ ਜੀ ਦੇ ਚਰਨਾਂ ਵਿੱਚ ਨਵਾਓ ਸੀਸ, ਉਚਾਰਨ ਕਰੋ ਜੀ ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ, ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ। ਦੋਹਰਾ ਸ੍ਰੀ ਨਾਨਕ ਆਨਨ ਭਨੈ। ਭਾਈ ਮਰਦਾਨਾ ਜੀ ਦੀਆਂ ਇਹੋ ਜਿਹੀਆਂ ਗੱਲਾਂ ਬਾਤਾਂ ਸੁਣ ਕੇ, ਇਹੋ ਜਿਹੇ ਬਚਨ ਸੁਣ ਕੇ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਮੁਖੋਂ ਕਿਹਾ, ਸੁਨ ਮਰਦਾਨਾ ਕਾਨ। ਐ ਵੀ ਭਾਈ ਮਰਦਾਨਾ ਤੂੰ ਕੰਨ ਦੇ ਕੇ ਧਿਆਨ ਨਾਲ ਸਾਡਾ ਬਚਨ ਸੁਣ। ਹਮ ਸੰਗ ਐਸੇ ਹੀ ਸਦਾ। ਆ ਸਾਡੇ ਨਾਲ ਜੇ ਤੁਸਾਂ ਨੇ ਰਹਿਣਾ ਹੈ ਤੇ ਸਾਡੇ ਸਾਥ ਦੇ ਹਮੇਸ਼ਾ ਇਸੇ ਤਰ੍ਹਾਂ ਰਹੋ ਆਪ ਪਰਮਾਨ। ਸਾਡੇ ਨਾਲ ਤੇ ਹਮੇਸ਼ਾ ਐਵੇਂ ਕਦੀ ਭੁੱਖੇ ਵੀ ਰਹਿਣਾ ਪੈਣਾ ਹੈ, ਪਿਆਸੇ ਵੀ ਰਹਿਣਾ ਪੈਣਾ ਹੈ। ਆਪ ਪ੍ਰਵਾਨ, ਜੇ ਆਪ ਜੀ ਨੂੰ ਪ੍ਰਵਾਨ ਹੈ ਤਾਂ ਰਹੋ, ਜੇ ਨਹੀਂ ਪ੍ਰਵਾਨ ਤੇ ਆਪ ਚਲੇ ਜਾਓ। ਸੋਰਠਾ ਕੈ ਮੁਝ ਸ਼ੁਦਾ ਨਾ ਸਹੈ, ਕੈ ਮੁਝ ਸ਼ੁਦਾ ਨਾ ਸਹੈ। ਇੱਧਰੋਂ ਭਾਈ ਮਰਦਾਨਾ ਜੀ ਬੋਲੇ, ਮਹਾਰਾਜ ਮੈਂ ਤੇ ਐਵੇਂ ਤੇ ਨਹੀਂ ਮੇਰੀ ਨਿਭਣੀ ਹੈ, ਜਾਂ ਤੇ ਜਿਹੜੀ ਹੈ ਮੇਰੀ ਜਿਹੜੀ ਭੁੱਖ ਹੈ ਉਹਨੂੰ ਨਾਸ ਕਰੋ ਆਪਣੇ ਵਾਂਗ। ਕੈ ਦੀਜੈ ਮੁਝ ਖਾਨ ਕੋ। ਜਾਂ ਤੇ ਫਿਰ ਮੈਨੂੰ ਇਹ ਖੁੱਲਾ ਡੁੱਲਾ ਖਾਣ ਪੀਣ ਨੂੰ ਦੋਵੇਂ ਤਿੰਨੇ ਟਾਈਮ ਹੀ ਦੇਣਾ ਕਰੋ। ਤੋ ਹੋਵਹਿ ਨਿਰਬਾਹੀ। ਤਾਂ ਤੇ ਮੇਰਾ ਜਿਹੜਾ ਤੁਹਾਡੇ ਨਾਲ ਨਿਭਾਅ ਹੋ ਸਕਦਾ, ਤਾਂ ਤੇ ਮੇਰੀ ਨਿਭ ਸਕਦੀ ਹੈ। ਨਾ ਤੁਰ ਸੰਗ ਨਾ ਪੁੱਜਈ। ਨਹੀਂ ਤੇ ਸਤਿਗੁਰੂ ਜੀ ਮੈਂ ਤੇ ਕਹਿਣਾ ਵੀ ਤੁਹਾਡਾ ਸਾਥ ਮੈਨੂੰ ਨਹੀਂ ਪੁੱਜਦਾ, ਮੈਂ ਨਹੀਂ ਤੁਹਾਡੇ ਸਾਥ ਰਹਿ ਸਕਦਾ। ਦੁਬਈਆ ਛੰਦ ਇਹ ਬਾਤਾਂ ਸਭ ਟਿਗ ਕਰਤਾਰਾ। ਗੁਰੂ ਨਾਨਕ ਸਾਹਿਬ ਜੀ ਨੇ ਕਿਹਾ, ਭਾਈ ਮਰਦਾਨਾ ਜੀ ਇਹ ਗੱਲਾਂ ਤੁਹਾਡੇ ਤੇ ਸਾਡੇ ਵੱਸ ਨਹੀਂ ਹੈ ਕਿ ਸਾਨੂੰ ਹਰ ਟਾਈਮ ਹਰ ਵਕਤ ਪ੍ਰਸ਼ਾਦਾ ਪਾਣੀ ਰਜਵਾ ਚਾਹੀਦਾ ਹੈ। ਇਹ ਤੇ ਜੋ ਕਰਤਾਰ ਹੈ ਨਾ ਪਰਮੇਸ਼ਰ, ਉਹਦੇ ਕੋਲ ਹੈ ਗੱਲਾਂ ਬਾਤਾਂ, ਉਹਦੇ ਵੱਸ ਹੈ ਸਾਰਾ ਕੁਝ। ਕਰਨ ਕਰਾਵਨ ਜੋ। ਉਹ ਪਰਮਾਤਮਾ ਹੀ ਸਭ ਕਰਨ ਕਰਾਉਣ ਵਾਲਾ ਹੈ, ਸਾਰੇ ਕੰਮਾਂ ਨੂੰ ਕਰਨ ਵਾਲਾ ਹੈ, ਸਾਰੇ ਕੰਮਾਂ ਨੂੰ ਕਰਾਉਣ ਵਾਲਾ ਹੈ। ਉਹ ਤੇ ਕਰਨ ਕਰਾਵਣ ਹਾਰ ਸੁਆਮੀ ਹੈ। ਹਮਾਰੇ ਸੰਗ ਜਾਨੀਏ ਅਸ ਬਿਦ। ਸਾਡੇ ਨਾਲ ਤੇ ਭਾਈ ਮਰਦਾਨਾ ਇਸੇ ਤਰ੍ਹਾਂ ਜਾਣ ਲਈ, ਜਿਵੇਂ ਤੂੰ ਆ ਹੁਣ ਭੁੱਖਾ ਪਿਆਸਾ ਰਿਹਾ ਹੈ ਤੇ ਨਾਲ ਵੀ ਵਿਆਕਲ ਰਿਹਾ, ਭੁੱਖ ਨਾਲ ਹੀ ਵਿਆਕਲ ਰਿਹਾ ਹੈ, ਸਾਡਾ ਸਾਥ ਤੇ ਇਸੇ ਤਰ੍ਹਾਂ ਦਾ ਹੀ ਜਾਣ ਲਈ ਵੀ ਇਸੇ ਤਰ੍ਹਾਂ ਹੀ ਹੋਊਗਾ। ਜਸ ਬਨ ਕਾਟ ਹਸੋ। ਜੈਸੀ ਵੀ ਗੱਲਬਾਤ ਬਾਂਠਣ ਆਈ ਉਸੇ ਤਰ੍ਹਾਂ ਹੀ ਕੱਟਣੀ ਪਵੇਗੀ ਭਾਈ ਮਰਦਾਨੇ। ਖੁਸ਼ੀ ਹੋਏ ਤਾਂ ਨਿਕਟ ਰਹੀ ਜੈ। ਵੇਖ ਲਓ ਜੇ ਤੁਹਾਡੀ ਖੁਸ਼ੀ ਹੈ ਤੇ ਖੁਸ਼ੀ ਹੋਵੇ ਤੁਹਾਡੀ ਤੇ ਸਾਡੇ ਨਾਲ ਰਹੀਏ, ਨਹੀਂ ਤੇ ਚਲੇ ਜਾਈਏ। ਨਤ ਜਾਵੋ ਨਿਜ ਧਾਮਾ। ਨਹੀਂ ਤੇ ਸਾਡਾ ਤੇ ਸਿੱਧਾ ਹੀ ਬਚਨ ਹੈ ਭਾਈ ਮਰਦਾਨਾ, ਇੱਥੇ ਕੋਈ ਸੁੱਖ ਤੇ ਮਿਲਣਾ ਨਹੀਂ ਹੈ।
ਸਾਡੇ ਨਾਲ ਤੇ ਭੁੱਖ ਨੰਗ ਜੰਗਲਾਂ ਵਿੱਚ ਰਹਿਣਾ ਪੈਣਾ ਹੈ। ਜੇ ਨਹੀਂ ਰਹਿਣਾ ਤੇ ਤੁਸੀਂ ਆਪਣੇ ਘਰ ਚਲੇ ਜਾਓ। ਸੁਨ ਕਰ ਮਰਦਾਨਾ ਉਰ ਭਰਮਿਓ। ਇੱਧਰ ਭਾਈ ਮਰਦਾਨਾ ਜੀ ਸੁਣ ਕਰਕੇ ਤੇ ਹਿਰਦੇ ਵਿੱਚ ਭਰਮ ਗਿਆ ਹੈ। ਕਰੇ ਯਾਦ ਸੁਤ ਬਾਮਾ। ਉਸੇ ਵੇਲੇ ਘਰ ਵੱਲ ਧਿਆਨ ਗਿਆ ਹੈ। ਘਰ ਵਾਲੀ ਨੂੰ ਯਾਦ ਕੀਤਾ ਹੈ, ਪੁੱਤਰਾਂ ਨੂੰ ਯਾਦ ਕੀਤਾ ਵੀ ਕਿੱਥੇ ਮੈਂ ਫਸ ਗਿਆ ਹਾਂ। ਆ ਘਰ ਵਿੱਚ ਤੇ ਪੁੱਤਰ ਵੀ ਬਾਪੂ ਜੀ ਕਰਦੇ ਸੀ। ਘਰ ਵਾਲੀ ਵੀ ਚੰਗੀ ਤਰ੍ਹਾਂ ਬਣਾ ਸਵਾਰ ਕੇ ਕਹਿੰਦੀ ਸੀ ਕਿ ਆ ਗਰਮਾ ਗਰਮੀ ਛਕ ਲਓ ਤੁਸੀਂ। ਜਾਨ ਕੀਰਤਨ ਦੇਸ ਦੇਹੁ ਪ੍ਰਭ। ਆਖਿਰੀ ਕਹਿ ਦਿੱਤਾ ਹੈ ਪ੍ਰਭੂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਮੈਨੂੰ ਆਗਿਆ ਦਿਓ, ਮੈਂ ਆਪਣੇ ਘਰ ਹੀ ਚਲਿਆ ਜਾਨਾ ਹਾਂ। ਸੁਧ ਤੁਮਰੀ ਸਭ ਦੇਉ। ਤੁਹਾਡੀ ਵੀ ਜਿਹੜੀ ਖਬਰਸਾਰ ਤਲਵੰਡੀ ਨਗਰ ਕਲਿਆਣ ਚੰਦ ਜੀ ਨੂੰ ਦੇ ਦਿਆਂਗਾ ਵੀ ਮਹਾਰਾਜ ਠੀਕ ਠਾਕ ਹੀ ਹੈ ਸਭ ਤਰ੍ਹਾਂ। ਭਇਓ ਤਿਆਰ ਚਲਨ ਕੋ ਘਰ ਜਬ। ਜਦੋਂ ਭਾਈ ਮਰਦਾਨਾ ਜੀ ਘਰ ਚੱਲਣ ਨੂੰ ਤਿਆਰ ਹੋਇਆ ਹੈ, ਬੋਲੇ ਅਲਖ ਅਪੇਉ। ਬੋਲੇ ਹੈ ਸਤਿਗੁਰੂ ਜੋ ਲੇਖੇ ਤੋਂ ਰਹਿਤ ਹੈ, ਲਖਣੇ ਤੋਂ ਰਹਿਤ ਹੈ, ਭੀੜ ਤੋਂ ਰਹਿਤ ਹਨ। ਸੁਸਾ ਆਵਾਸ ਰਬਾਬ ਤਰੀਜਾ। ਗੁਰੂ ਸਾਹਿਬ ਜੀ ਨੇ ਕਿਹਾ ਭਾਈ ਮਰਦਾਨਾ ਫਿਰ ਰਬਾਬ ਕੀ ਕਰਨਾ ਹੈ? ਰਬਾਬ ਜਿਹੜਾ ਲੈ ਜਾਓ ਤੇ ਸਾਡੀ ਭੈਣ ਦੇ ਘਰ ਰੱਖ ਦਈਏ। ਬਾਹਰ ਜਾਹੁ ਮਰਦਾਨਾ। ਮੁੜ ਜਿਹੜਾ ਭਾਈ ਮਰਦਾਨਾ ਤੂੰ ਆਪਣੇ ਘਰ ਨੂੰ ਚਲਿਆ ਜਾ। ਕਰੁਣਾ ਨਿਧ ਕੇ ਸੁਨ ਕੈ ਬਚਨਾ। ਆ ਕਿਰਪਾ ਦੇ ਜੋ ਸਮੁੰਦਰ ਹੈ ਮਹਾਰਾਜ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਬਚਨ ਸੁਣ ਕੇ ਪੁਰ ਮਹਿ ਕੀਓ ਪਿਆਨਾ। ਸੁਲਤਾਨਪੁਰ ਨੂੰ ਜਿਹੜਾ ਭਾਈ ਮਰਦਾਨਾ ਉਹ ਚਲਾ ਗਿਆ ਹੈ, ਚੱਲਣਾ ਕੀਤਾ। ਗਇਓ ਨਿਕੇਤ ਨਾਨਕੀ ਤਬਹੀ। ਤਦੋਂ ਇਹ ਭਾਈ ਮਰਦਾਨਾ ਚੱਲ ਕੇ ਭੈਣ ਨਾਨਕੀ ਦੇ ਘਰ ਚਲਾ ਗਿਆ ਹੈ। ਪੀਸ ਸੰਕ ਜਬ ਦੇਖਾ। ਇੱਧਰ ਜਦੋਂ ਭੈਣ ਨਾਨਕੀ ਜੀ ਨੇ ਦੇਖਿਆ ਵੀ ਮਰਦਾਨਾ ਚੱਲਿਆ ਆ ਰਿਹਾ ਤੇ ਸ਼ੰਕਾ ਦੇ ਸਹਿਤ ਹੋਏ ਐ। ਸੁੰਦਰ ਪੀੜਾ ਦੀਨ ਵਿਛਾਈ। ਉਂਝ ਦੇਖ ਕੇ ਜਿਹੜਾ ਸੋਹਣਾ ਪੀੜਾ ਹੈ ਉਹ ਬੈਠਣ ਵਾਸਤੇ ਵਿਛਾ ਦਿੱਤਾ, ਢਾ ਦਿੱਤਾ ਹੈ। ਆਦਰ ਕੀਨ ਵਿਸੇਖਾ। ਬਹੁਤ ਜ਼ਿਆਦਾ ਜਿਹੜਾ ਆਦਰ ਵੀ ਕੀਤਾ ਹੈ। ਸੋਚਿਆ ਵੀ ਮਹਾਰਾਜ ਮੇਰੇ ਭਰਾ ਪਾਸੋਂ ਆਏ ਹੈ ਭਾਈ ਮਰਦਾਨਾ ਜੀ। ਬਹੁਤ ਦਿਵਸ ਮਹਿ ਹਮ ਘਰ ਆਇਓ। ਫਿਰ ਕਿਹਾ ਹੈ ਕਿ ਭਾਈ ਮਰਦਾਨਾ ਜੀ ਆ ਬਹੁਤ ਦਿਨਾਂ ਬਾਅਦ ਹੀ ਸਾਡੇ ਘਰ ਆਏ ਹੋ ਤੁਸੀਂ। ਕਹਾਂ ਰਹੇ ਮਰਦਾਨਾ। ਵੀ ਮਰਦਾਨਾ ਤੂੰ ਕਿੱਥੇ ਰਿਹਾ ਹੈ ਇੰਨੇ ਦਿਨ? ਇਹਰ ਬਾਪ ਕੀ ਕੀਮਤ ਕਿਤਨੀ। ਆ ਜਿਹੜਾ ਹੱਥ ਵਿੱਚ ਰਬਾਬ ਹੈ, ਸਾਜ਼ ਹੈ, ਇਹਦੀ ਜਿਹੜੀ ਕੀਮਤ ਉਹ ਕਿੰਨੀ ਹੈ, ਇਹਦਾ ਮੁੱਲ ਕਿੰਨਾ ਹੈ? ਜੋ ਅਤ ਸੁੰਦਰ ਆਨਾ। ਜੋ ਇਹ ਰਬਾਬ ਬੜਾ ਸੋਹਣਾ ਹੈ ਤੇ ਤੂੰ ਲੈ ਕੇ ਆਂਦਾ ਹੈ। ਭਰਾਤਾ ਕੌਣ ਥਾਨ ਅਬ ਬੈਸੇ। ਤੇ ਹੋਰ ਵੀ ਦੱਸ ਦਿਓ ਭਾਈ ਮਰਦਾਨਾ ਜੀ ਇਸ ਵਕਤ ਜਿਹੜੇ ਮੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਉਹ ਕਿੱਥੇ ਬਿਰਾਜੇ ਹਨ, ਬੈਠੇ ਹਨ? ਕਮਲ ਬਦਨ ਗਤ ਦਾਨਾ। ਜਿਨ੍ਹਾਂ ਦਾ ਕਵਲ ਵਰਗਾ ਮੁਖ ਹੈ, ਮੁਕਤੀ ਨੂੰ ਦੇਣ ਵਾਲੇ ਮੁਕਤੀ ਦਾਤੇ ਹਨ। ਕਹਿ ਮਰਦਾਨਾ ਆਇਸ ਲੈ ਕਰ। ਭਾਈ ਮਰਦਾਨਾ ਜੀ ਨੇ ਕਿਹਾ ਕਿ ਭੈਣ ਨਾਨਕੀ ਜੀ ਮੈਂ ਉਹਨਾਂ ਦੀ ਹੀ ਆਗਿਆ ਲੈ ਕਰਕੇ ਆਇਆ ਹਾਂ। ਹੋ ਜਾਵੋ ਨਿਜ ਐਨਾ। ਹੁਣ ਤੇ ਮੈਂ ਜਿਹੜਾ ਆਪਣੇ ਘਰ ਤਲਵੰਡੀ ਨਗਰ ਉੱਥੇ ਜਾਵਾਂਗਾ। ਨਿਭੈ ਸੰਗ ਨਾ ਤਿਨ ਕੋ ਮੁਝ ਤੇ। ਆ ਮੇਰੇ ਕੋਲੋਂ ਤੇ ਜਿਹੜਾ ਹੈ ਗੁਰੂ ਨਾਨਕ ਸਾਹਿਬ ਤੁਹਾਡੇ ਭਰਾ ਦਾ ਸਾਥ ਹੀ ਨਹੀਂ ਨਿਭ ਸਕਦਾ, ਮੈਂ ਤੇ ਨਹੀਂ ਉਹਨਾਂ ਨਾਲ ਨਿਭਾ ਸਕਦਾ। ਕਲਾਵਾਨ ਅਵਤਾਰਾ। ਕਿਉਂਕਿ ਉਹ ਸ਼ਕਤੀਆਂ ਵਾਲੇ ਅਵਤਾਰ ਹਨ। ਤਿਨ ਸਮ ਹੋਵੇ ਨਿਕਟ ਰਹਿ ਸੋ। ਕਿਉਂਕਿ ਵੀ ਉਹਨਾਂ ਨਾਲ ਤੇ ਉਹੀ ਰਹੇ ਜਿਹੜਾ ਉਹਨਾਂ ਦੇ ਬਰਾਬਰ ਦਾ ਹੋਵੇ। ਖਾਏ ਨਾ ਕਬੋ ਆਹਾਰਾ। ਨਾਨਕੀ ਜੀ ਉਹ ਤੇ ਨਾ ਭੋਜਨ ਛਕਦੇ ਆ, ਨਾ ਉਹਨਾਂ ਨੂੰ ਪਿਆਸ ਹੀ ਲੱਗਦੀ, ਉਹਦੇ ਖਾਂਦੇ ਪੀਂਦੇ ਕੱਖ ਨਹੀਂ ਹੈ।
ਇਸ ਕਰਕੇ ਉਹਨਾਂ ਨਾਲ ਤੇ ਉਹੀ ਰਵੇ ਜਿਹੜਾ ਕੋਈ ਖਾਵੇ ਨੇ ਤਾਂ ਜਿਹੜਾ ਕੋਈ ਪੀਵੇ ਨਾ। ਧਰਨ ਰਬਾਬ ਸਦਨ ਮੈਂ ਆਇਓ। ਇਹ ਜਿਹੜਾ ਰਬਾਬ ਹੈ ਇਹ ਮੈਂ ਤੁਹਾਡੇ ਘਰ ਵਿੱਚ ਰੱਖਣ ਵਾਸਤੇ ਆਇਆ ਹਾਂ। ਤੁਮ ਕਹਤੇ ਹੋ ਸੰਦੇਹਾ। ਤੁਸੀਂ ਜਿਹੜਾ ਆਪਣਾ ਕੋਈ ਸੁਣਾ ਦੇਣਾ ਪੇਕਿਆਂ ਘਰ ਵਿੱਚ ਮਾਤਾ ਪਿਤਾ ਨੂੰ ਉਹ ਦੇ ਦਿਓ ਤੇ ਤਲਵੰਡੀ ਨਗਰ ਜਾ ਕੇ ਮੈਂ ਦੇ ਦਿਆਂਗਾ ਤੁਹਾਡਾ ਸੁਨੇਹਾ। ਤਲਵੰਡੀ ਮੈਂ ਭਇਓ ਤਿਆਰੀ। ਮੇਰੀ ਤੇ ਹੁਣ ਤਲਵੰਡੀ ਸ਼ਹਿਰ ਵਿੱਚ ਜਾਣ ਲਈ ਪੂਰੀ ਤਿਆਰੀ ਹੋ ਗਈ ਹੈ। ਕਹਿਓ ਬਚਨ ਜਬ ਐਸਾ। ਜਦੋਂ ਭਾਈ ਮਰਦਾਨੇ ਨੇ ਕਿ ਮੈਂ ਤਲਵੰਡੀ ਨਗਰ ਜਾ ਰਿਹਾ ਹਾਂ ਐਸਾ ਬਚਨ ਕਿਹਾ ਹੈ। ਸੁਨਤ ਨਾਨਕੀ ਨੈਣਨ ਨੀਰੰ। ਸੁਣਦਿਆਂ ਸਾਰੇ ਭੈਣ ਨਾਨਕੀ ਦੇ ਜਿਹੜੇ ਨੇਤਰ ਹਨ ਉਹ ਨੇਤਰਾਂ ਵਿੱਚ ਜਲ ਜਾ ਭਰ ਆਇਆ ਹੈ। ਬੂੰਦ ਗਿਰਤ ਧਰਮਾਹੀ। ਜਿਹੜਿਆਂ ਨੇਤਰਾਂ ਵਿੱਚੋਂ ਜਲ ਭਰ ਆਇਆ ਉਹ ਹੈ ਤੇ ਉਹ ਬੂੰਦਾਂ ਜਿਹੀਆਂ ਧਰਤੀ ਤੇ ਡਿੱਗਣ ਲੱਗ ਪਈਆਂ ਅਥਰੂ ਜੇ ਘੇਰਦੇ ਹਨ। ਧੀਰ ਹਰੀ ਔਰ ਪੀਰ ਗਹੀਰਾ। ਹਿਰਦੇ ਦੀ ਜਿਹੜੀ ਧੀਰਜ ਹੈ ਉਹ ਤੇ ਨਾਸ ਹੋ ਗਈ ਹੈ। ਬੜੀ ਡੂੰਘੀ ਬਹੁਤੀ ਪੀੜ ਹੋ ਰਹੀ ਹੈ ਹਿਰਦੇ ਵਿੱਚ। ਤਜਿਓ ਹਰਖ ਸੁਖ ਨਾਹੀ। ਖੁਸ਼ੀ ਜਿਹੜੀ ਮਨ ਵਿੱਚੋਂ ਛੱਡ ਦਿੱਤੀ ਹੈ ਹੁਣ ਕੋਈ ਸੁੱਖ ਨਹੀਂ ਰਿਹਾ ਮਨ 'ਚ। ਤਨ ਸਨੇਹ ਸਾਗਰ ਮਹਿ ਮਗਨੰ। ਜੋ ਗੁਰੂ ਨਾਨਕ ਸਾਹਿਬ ਜੀ ਦਾ ਸਰੀਰ ਹੈ ਉਹ ਸਰੀਰ ਦਾ ਜਿਹੜਾ ਮੋਹ ਹੈ ਉਹ ਤੇ ਸਮੁੰਦਰ ਵਾਂਗ ਹੈ। ਉਹ ਸਮੁੰਦਰ ਦੇ ਵਿੱਚ ਹੀ ਲੀਨ ਹੋ ਗਿਆ ਭੈਣ ਨਾਨਕੀ ਜੀ। ਗਿਆਨ ਕਿਨਾਰ ਨਾ ਪਾਵੈ। ਜਿਹੜਾ ਗਿਆਨ ਰੂਪੀ ਕਿਨਾਰਾ ਉਸ ਨੂੰ ਪਾ ਹੀ ਨਹੀਂ ਰਹੇ। ਨਹਿ ਢਿਗ ਨਾਨਕ ਰੂਪ ਜਹਾਜੂ। ਗੁਰੂ ਨਾਨਕ ਸਾਹਿਬ ਜੋ ਜਹਾਜ਼ ਰੂਪ ਹੈ ਉਹ ਵੀ ਕੋਲ ਨਹੀਂ ਹਨ। ਜਿਸ ਅਲੰਬ ਤਰ ਜਾਵੈ। ਵੀ ਜਿਸ ਇਸ ਆਸਰੇ ਨੂੰ ਪਾ ਕੇ ਤੇ ਬੜਾ ਸੌਖਾ ਹੀ ਇਹ ਪ੍ਰੇਮ ਦੇ ਸਮੁੰਦਰ ਵਿੱਚੋਂ ਤਰ ਜਾਣ। ਦਾਸੀ ਤੁਲਸਾ ਬੀਜੀ ਕੇ ਸਮ। ਉਧਰ ਜਿਵੇਂ ਸਮੁੰਦਰ ਵਿੱਚ ਲਹਿਰਾਂ ਹੁੰਦੀਆਂ ਇੱਧਰ ਜੋ ਦਾਸੀ ਤੁਲਸਾ ਹੈ ਉਹ ਤੇ ਸਮੁੰਦਰ ਦੀਆਂ ਲਹਿਰਾਂ ਸਮਾਨ ਹੈ। ਉਬਰਨ ਧੀਰ ਸੋਦੇਈ। ਬਚਣ ਵਾਸਤੇ ਵੀ ਤਰ ਪੈਣ ਵਾਸਤੇ ਭੈਣ ਨਾਨਕੀ ਜੀ ਨੂੰ ਬਹੁਤ ਧੀਰਜ ਦਿੰਦੀ ਹੈ ਦਾਸੀ ਤੁਲਸਾ। ਪੌਸ਼ਤ ਬਦਨੰ ਭਨਤ ਦਿਲਾਸਾ। ਜਿਹੜਾ ਹੈ ਉਹ ਕਿਉਂਕਿ ਰੋ ਰਹੇ ਸਨ ਨੇਤਰਾਂ ਚੋਂ ਜਲ ਘੇਰਦਾ ਭੈਣ ਨਾਨਕੀ ਜੀ ਦੇ ਜਿਸ ਕਰਕੇ ਦਾਸੀ ਤੁਲਸਾ ਉਹਨਾਂ ਦੇ ਨੇਤਰ ਮੁਖ ਨੂੰ ਪੂੰਝਦੀ ਅਥਰੂ ਜੇ ਪੂੰਝਦੀ ਹੈ ਬਹੁਤ ਦਿਲਾਸੇ ਹੌਸਲੇ ਦਿੰਦੇ ਹਨ। ਜਤਨ ਅਨੇਕ ਕਰੇ। ਅਨੇਕਾਂ ਹੀ ਯਤਨ ਕਰਦੇ ਐ ਕਹਿੰਦੇ ਐ ਨਾਨਕੀ ਤੂੰ ਇਸ ਤਰ੍ਹਾਂ ਨਾ ਕਰ। ਰੋਦਨ ਕਰਤ ਨਾ ਨਿਵਰੈ ਕਿਤ ਬਿਦ। ਇੱਧਰ ਤੇ ਭੈਣ ਨਾਨਕੀ ਜੀ ਇੰਨਾ ਰੋਣਾ ਕਰ ਰਹੇ ਐ ਕਿਸੇ ਤਰ੍ਹਾਂ ਵੀ ਉਹ ਦੂਰ ਨਹੀਂ ਹੋ ਰਿਹਾ ਹਟ ਹੀ ਨਹੀਂ ਰਿਹਾ ਰੋਣਾ। ਜਦ ਪਰਦਾ ਗਿਆਨੀ। ਫੇਰ ਵੀ ਜਿਹੜਾ ਭੈਣ ਨਾਨਕੀ ਜੀ ਦਾ ਜਿਹੜਾ ਹਿਰਦਾ ਹੈ ਨਾ ਉਹ ਬੜਾ ਗਿਆਨੀ ਹੈ ਪੂਰਨ ਗਿਆਨ ਹੈ ਅੰਦਰ। ਇਹ ਤੇ ਪ੍ਰੇਮ ਦਾ ਜਿਹੜਾ ਜਲ ਨੇਤਰਾਂ ਰਾਹੀਂ ਆ ਰਿਹਾ ਹੈ ਹਿਰਦੇ ਵਿੱਚ ਤੇ ਪੂਰਾ ਪੂਰਨ ਗਿਆਨ ਹੈ। ਸ੍ਰੀ ਨਾਨਕ ਸਨੇਹ ਕੀ ਮਹਿਮਾ। ਇੱਧਰ ਸ੍ਰੀ ਗੁਰੂ ਨਾਨਕ ਸਾਹਿਬ ਜੀ ਦਾ ਜਿਹੜਾ ਮੋਹ ਪ੍ਰੇਮ ਪਿਆਰ ਹੈ ਉਹਦੀ ਮਹਿਮਾ ਵਡਿਆਈ। ਵਿਛੜਨ ਤੇ ਬਿਲਖਾਨੀ। ਉਹ ਵਿਛੜਨ ਤੋਂ ਹੀ ਭੈਣ ਨਾਨਕੀ ਜੀ ਘਬਰਾਏ ਹੋਏ ਆ ਵੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਮੇਰੇ ਕੋਲ ਸਾਹਮਣੇ ਹੋਣ ਤੇ ਅੱਜ ਮੈਂ ਉਹਨਾਂ ਨੂੰ ਦੇਖਾਂ ਉਹ ਕਿਸ ਤਰ੍ਹਾਂ ਹਨ ਜਿਹਦੇ ਕਰਕੇ ਘਬਰਾਏ ਹੋਏ ਹਨ। ਉਤੋ ਜਰਾਮ ਗਇਓ ਕਿਤ ਕਾਜਾ। ਇੱਧਰ ਜੋ ਉਹਨਾਂ ਦੇ ਮਾਲਕ ਭਾਈਆ ਜੈ ਰਾਮ ਜੀ ਹਨ ਉਹ ਕਿਸੇ ਕੰਮ ਗਏ ਹੋਏ ਸੀ। ਆਵਾ ਤਿਹ ਛਿਨ ਮਾਹੀ। ਜਦੋਂ ਇਹ ਗੱਲਬਾਤ ਸਾਰੇ ਹੋ ਰਹੀ ਸੀ ਇੰਨੇ ਨੂੰ ਉਸੇ ਸਮੇਂ ਉਹ ਵੀ ਆ ਗਏ। ਵਿਸਮਾਦਿਓ ਰੋਦਤ ਪਸ਼ਯੰਤੂ।
ਇਸ ਤਰ੍ਹਾਂ ਭੈਣ ਨਾਨਕੀ ਜੀ ਨੂੰ ਦੇਖ ਕਰਕੇ ਵੇਖ ਕੇ ਤੇ ਵੀ ਰੋ ਰਹੇ ਮੇਰੀ ਪਤਨੀ, ਬੜਾ ਹੈਰਾਨ ਹੋਏ ਹੈ। ਤੁਲਸਾ ਸੋ ਬਚ ਪ੍ਰਾਹੀ, ਜੋ ਤੁਲਸਾ ਦਾਸੀ ਪਾਸ ਹੀ ਖੜੀ ਹੈ ਉਹਨੂੰ ਬਚਨ ਕਿਹਾ। ਕਹੋ ਕੈਸੇ ਕਿਆ ਭਇਓ ਕੋ ਕਾਜਾ, ਕਿ ਤੁਲਸਾ ਦਾਸੀ ਆ ਦੱਸ ਵੀ ਕੀ ਕੰਮ ਹੋ ਗਿਆ, ਕੀ ਮਾੜਾ ਖੋਟਾ ਹੀ ਕੰਮ ਹੋ ਗਿਆ ਹੈ। ਰੋਦਤ ਕਾਲੂ ਤਨੀਆ, ਜੋ ਮੇਰੀ ਸੁਪਤਨੀ ਹੈ ਨਾਨਕੀ ਆ ਕਲਿਆਣ ਚੰਦ ਦੀ ਸੁਪੁੱਤਰੀ, ਉਹ ਭਲਾ ਕਿਉਂ ਰੋ ਰਹੀ ਹੈ। ਤੁਲਸਾ ਭਨਤ ਚਲਿਓ ਮਰਦਾਨਾ, ਤੁਲਸਾ ਦਾਸੀ ਨੇ ਕਿਹਾ ਕਿ ਜੈ ਰਾਮ ਜੀ ਗੱਲ ਤੇ ਕੋਈ ਨਹੀਂ ਹੋਈ, ਆ ਜੋ ਮਰਦਾਨਾ ਹੈ ਆਪਣੇ ਨਗਰ ਚੱਲਿਆ ਹੈ। ਏਕਲ ਭਰਾਤਾ ਗੁਨੀਆ, ਗੁਨਿਆ ਇਧਰੋਂ ਨਾਨਕੀ ਜੀ ਨੂੰ ਪਤਾ ਲੱਗਾ ਵੀ ਮਰਦਾਨਾ ਆਪਣੇ ਘਰ ਨੂੰ ਚੱਲਿਆ ਹੈ, ਵੀ ਮੇਰੇ ਭਰਾ ਗੁਰੂ ਨਾਨਕ ਸਾਹਿਬ ਇਕੱਲੇ ਰਹਿ ਜਾਣਗੇ। ਇਹ ਵਿਚਾਰ ਕੇ ਤੇ ਰੋ ਰਹੇ ਹਨ। ਹੋਏ ਉਦਾਸੋ ਜਾਹੇ ਵਿਦੇਸ਼ਾ, ਇਸੇ ਕਰਕੇ ਉਪਰਾਮ ਹੋ ਗਏ ਹੈ ਵੀ ਜੇ ਮੇਰੇ ਭਰਾ ਇਕੱਲੇ ਰਹਿ ਗਏ ਤੇ ਉਪਰਾਮ ਹੋ ਜਾਣਗੇ, ਦਿਲਗੀਰ ਹੋ ਜਾਣਗੇ, ਜਿਸ ਕਰਕੇ ਉਹ ਉਪਰਾਮ ਹੋਏ ਵਿਦੇਸ਼ਾਂ ਨੂੰ ਚਲੇ ਨਾ ਜਾਣ। ਵਿਸ਼ਰਨ ਕੋ ਦੁਖ ਮਾਨਾ, ਉਹਨਾਂ ਨੇ ਵਿਛੜਨ ਦਾ ਹੀ ਦੁੱਖ ਮੰਨਿਆ ਵੀ ਉਹਦਾ ਉਪਰਾਮ ਹੋ ਕੇ ਕਿਤੇ ਉਹ ਵਿਦੇਸ਼ਾਂ ਨੂੰ ਨਾ ਚਲੇ ਜਾਣ, ਸਾਡੇ ਤੋਂ ਵਿਛੜ ਜਾਣਗੇ, ਜਿਸ ਕਰਕੇ ਦੁੱਖ ਮੰਨਿਆ ਤੇ ਰੋ ਰਹੇ ਹਨ। ਧਰਨ ਰਬਾਬ ਅਬਹ ਇਹ ਆਵਾ, ਇੱਧਰ ਜੋ ਮਰਦਾਨਾ ਹੈ ਉਹ ਰਬਾਬ ਨੂੰ ਰੱਖਣ ਵਾਸਤੇ ਇਸ ਥਾਂ ਘਰ ਵਿੱਚ ਆਇਆ ਹੈ। ਸੁਨ ਕਰ ਰੋਦਨ ਠਾਨਾ, ਵੀ ਸੁਣ ਕਰਕੇ ਵੀ ਰਬਾਬ ਰੱਖਣ ਆਇਆ ਹਾਂ ਮੈਂ ਤੇ ਚੱਲਿਆ ਪਿੰਡ ਆਪਣੇ ਨਗਰ, ਤਾਈਓ ਰੋਣਾ ਕੀਤਾ ਇੰਨਾ। ਭਨਤ ਜਰਾਮਾ ਰਹਿ ਮਰਦਾਨਾ, ਫਿਰ ਸੁਣ ਕੇ ਭਾਈਆ ਜੈ ਰਾਮ ਜੀ ਬੋਲਿਆ ਵੀ ਜਿਸ ਤਰ੍ਹਾਂ ਇਹ ਮਰਦਾਨਾ ਇੱਥੇ ਰਹਿ ਪਵੇ, ਜਿਸ ਬਿਦ ਕਰੀਏ ਸੋ, ਜਿਸ ਤਰ੍ਹਾਂ ਇਹ ਮਰਦਾਨਾ ਸਾਡੇ ਸੁਲਤਾਨਪੁਰ ਵਿੱਚ ਹੀ ਰਵੇ, ਉਹ ਜਿਹੜੀ ਵਿਧੀ ਢੰਗ ਤਰੀਕਾ ਆਪਾਂ ਉਸੇ ਤਰ੍ਹਾਂ ਹੀ ਕਰ ਲੈਨੇ ਹਾਂ। ਰਾਖੈ ਇਹਾਂ ਨਾ ਜਾਵਹਿ ਘਰ ਕੋ, ਇਸ ਸੁਲਤਾਨਪੁਰ ਵਿੱਚ ਹੀ ਰੱਖ ਲੈਨੇ ਆਪਣੇ ਕੋਲ ਤੇ ਘਰ ਨੂੰ ਨਾ ਜਾਵੇ। ਕਿਉਂ ਉਦਾਸ ਔਰ ਹੋ, ਫਿਰ ਇਹ ਜੋ ਮਰਦਾਨਾ ਹੈ ਵੀ ਇਹ ਵੀ ਕਿਉਂ ਉਪਰਾਮ ਹੋਇਆ, ਉਦਾਸ ਹੋਇਆ ਹੈ। ਸੁਨ ਆਰਜ ਸੁਤ ਜੇ ਮਰਦਾਨਾ, ਸੁਣ ਕੇ ਜੋ ਭੈਣ ਨਾਨਕੀ ਜੀ ਬੋਲੇ ਹੈ ਸ੍ਰੇਸ਼ਟ ਦੇ ਪੁੱਤਰ ਮੇਰੇ ਮਾਲਕ ਜੈ ਰਾਮ ਜੀ ਜੇ ਮਰਦਾਨਾ, ਰਹਿ ਭਰਾਤ ਕੇ ਪਾਸੋ, ਜੇ ਵੀ ਇਹ ਮਰਦਾਨਾ ਮੇਰੇ ਭਰਾ ਗੁਰੂ ਨਾਨਕ ਪਾਸ ਰਹਿਣ, ਪਰਚੇ ਰਹਿ ਦੂਰ ਨਹ ਜਾਵਹਿ, ਗੁਰੂ ਨਾਨਕ ਸਾਹਿਬ ਜੀ ਇਹਨਾਂ ਨਾਲ ਪਰਚੇ ਰਹਿਣਗੇ, ਬਚਨ ਬਿਲਾਸ ਕਰਦੇ ਰਹਿਣਗੇ, ਜਿਸ ਕਰਕੇ ਉਹ ਫਿਰ ਵਿਦੇਸ਼ਾਂ ਵਿੱਚ ਦੂਰ ਨਹੀਂ ਜਾਣਗੇ। ਨਤ ਪਨ ਹੋਏ ਉਦਾਸੋ, ਪਰ ਜੇ ਚਲੇ ਗਏ ਤੇ ਉਹ ਫਿਰ ਉਪਰਾਮ ਹੋ ਜਾਣਗੇ, ਇਸ ਤਰ੍ਹਾਂ ਆਪਣੇ ਆਪ ਨੂੰ ਉਦਾਸ ਜਿਹਾ ਕਰ ਲੈਣਗੇ। ਨਿਕਟ ਰਹਿਤ ਆਨਨ ਅਰਪਿੰਦਾ, ਆ ਵੇਖ ਲੋ ਮਾਲਕ ਜੀ ਆ ਕਵਲ ਵਰਗੇ ਮੁਖ ਵਾਲੇ ਸ੍ਰੀ ਗੁਰੂ ਨਾਨਕ ਸਾਹਿਬ ਜੀ ਹਜੇ ਕੋਲ ਹੀ ਰਹਿੰਦੇ ਆਪਣੇ, ਕਬ ਕਬ ਹਾਂ ਪਸ਼ਯੰਤੂ, ਹੁਣ ਕੋਲ ਰਹਿੰਦੇ ਆ ਤੇ ਕਦੀ ਕਦੀ ਜਿਹੜਾ ਮੈਂ ਉਹਨਾਂ ਨੂੰ ਵੇਖ ਵੀ ਲੈਂਦੀ ਹਾਂ। ਜਾਹੇ ਵਿਦੇਸ਼ ਨਾ ਦੀਸਹਿ ਮੋਹ, ਪਰ ਜਿਸ ਦਿਨ ਉਹ ਵਿਦੇਸ਼ ਵਿੱਚ ਚਲੇ ਗਏ ਤੇ ਮੈਨੂੰ ਤੇ ਉਹ ਕਦੀ ਦਿਸਣਗੇ ਨਹੀਂ, ਕਦੀ ਦਰਸ਼ਨ ਨਹੀਂ ਹੋਵੇਗਾ। ਮਨ ਲਖ ਇਉ ਬਿਲਖੰਤੂ, ਮਨ ਵਿੱਚ ਮੈਂ ਇਵੇਂ ਜਾਣ ਕੇ ਜਿਹੜਾ ਹੈ ਵਿਰਾਗ ਕੀਤਾ, ਤਾਂ ਹੀ ਮੈਂ ਪਤੀ ਰੋ ਰਹੀ ਹਾਂ। ਕਹਿਜ ਰਾਮ ਨਾਨਕ ਪਰ ਨਿਸ਼ਚਾ, ਭਾਈਆ ਜੈ ਰਾਮ ਜੀ ਕਹਿਣ ਲੱਗੇ ਹੇ ਸੁਪਤਨੀ ਮੇਰੀ ਨਾਨਕੀ ਵੇਖ ਲਾ ਗੁਰੂ ਨਾਨਕ ਸਾਹਿਬ ਜੀ ਉੱਪਰ ਤੇਰਾ ਬੜਾ ਤਗੜਾ ਇਹ ਭਰੋਸਾ ਯਕੀਨ ਹੈ ਸੀ। ਔਰ ਫਿਰ ਗਿਰ ਸਰ ਤੇਰੇ, ਜਿਹੜਾ ਤੇਰਾ ਹਿਰਦਾ ਸੀ ਉਹ ਜਿਵੇਂ ਸਮੇਰ ਪਰਬਤ ਪਹਾੜ ਟਿਕਿਆ ਹੁੰਦਾ, ਇਸੇ ਤਰ੍ਹਾਂ ਹੀ ਤੇਰਾ ਹਿਰਦਾ ਟਿਕਿਆ ਸੀ ਪਹਾੜ ਵਾਂਗ। ਭਰਮ ਬੱਜਰ ਤੇ ਥਰ ਹਰ ਡੋਲਿਓ, ਅੱਜ ਵੇਖ ਲੋ ਵੀ ਭਰਮ ਰੂਪੀ ਜਿਹੜਾ ਬੱਜਰ ਵੱਜਣ ਦੇ ਨਾਲ ਉਹ ਹਿਰਦਾ ਜਿਹੜਾ ਪਹਾੜ ਹੈ ਉਹ ਡੋਲ ਗਿਆ, ਕੰਬ ਗਿਆ ਹੈ। ਧੀਰ ਨਸੀ
ਮੇਹ ਪੇਰੇ ਇਸ ਵੇਲੇ ਨਾਨਕੀ ਤੇਰੀ ਵੇਖਲਾ ਧੀਜ ਨਸ ਗਈ ਐ, ਨਹੀਂ ਤੇ ਤੁਸੀਂ ਸਾਨੂੰ ਸਮਝਾਉਂਦੇ ਹੁੰਦੇ ਸੀ। ਪਿਤਾ ਪ੍ਰਤੀ ਮੁਝ ਕੋ ਸਮਝਾਵਤ ਨਾਨਕੀ ਤੂੰ ਤੇ ਹਮੇਸ਼ਾ ਹੀ ਆ ਮੈਨੂੰ ਹੀ ਸਮਝਾਉਂਦੀ ਰਹਿੰਦੀ ਸੀ। ਆਪ ਕਿਉਂ ਔਰ ਮਹਿ ਭਰਮੀ ਦੱਸ ਵੀ ਅੱਜ ਐਸੀ ਕੀ ਗੱਲ ਹੋ ਗਈ ਆ, ਅੱਜ ਕੋ ਤੂੰ ਹਿਰਦੇ ਵਿੱਚ ਭਰਮ ਗਈ ਐ, ਸੰਸਾ ਕਿਉਂ ਹੋ ਗਿਆ ਹੈ। ਸ੍ਰੀ ਨਾਨਕ ਅਵਲੰਬ ਸਦਾ ਨਿਜ ਨਾਨਕੀ ਅਸਾਂ ਨੇ ਤੇ ਜਾਣਿਆ ਵੀ ਸ੍ਰੀ ਗੁਰੂ ਨਾਨਕ ਦੇਵ ਜੀ ਤੇ ਆਪਣਾ ਆਪ ਆਸਰਾ ਹੈ, ਉਹ ਤੇ ਆਪਣੇ ਆਪ ਨੂੰ ਆਪ ਓਟ ਆਸਰਾ ਦੇਣ ਵਾਲੇ, ਉਹ ਤੇ ਸਗੋਂ ਸਭ ਦਾ ਹੀ ਆਸਰਾ ਹਨ। ਲਖ ਹੈ ਸੋ ਤਿਨ ਕੇ ਮਰਮੀ ਜਿਹੜੇ ਉਹਨਾਂ ਦੇ ਭੇਤੀ ਉਹ ਇਸ ਗੱਲ ਨੂੰ ਜਾਣਦੇ ਵੀ ਗੁਰੂ ਨਾਨਕ ਸਾਹਿਬ ਆਪਣੇ ਆਪ ਦਾ ਖੁਦ ਦਾ ਹੀ ਆਸਰਾ ਹੈ, ਉਹਨਾਂ ਨੂੰ ਕਿਸੇ ਆਸਰੇ ਦੀ ਲੋੜ ਨਹੀਂ ਹੈ। ਕੌਣ ਮਰਦਾਨਾ ਜੈਸੇ ਰਹਿ ਪੁਰ ਫਿਰ ਜੋ ਇਹ ਮਰਦਾਨਾ ਹੈ, ਇਹ ਜਿਸ ਤਰ੍ਹਾਂ ਸੁਲਤਾਨਪੁਰ ਵਿੱਚ ਰਹੇ ਤੈਸੇ ਕਰਹੁ ਪਾਈ ਉਸੇ ਤਰ੍ਹਾਂ ਦਾ ਆਪਾਂ ਉਪਾਅ ਹੀਲਾ ਕਰ ਲੈਨੇ ਰਲ ਮਿਲ ਕੇ, ਜਿਸ ਤਰ੍ਹਾਂ ਵੀ ਇਹ ਮਰਦਾਨਾ ਇੱਥੇ ਰਹੇ। ਕੈਸੇ ਹਿਰਦੈ ਉਦਾਸ ਭਇਓ ਹੈ ਫਿਰ ਇਹ ਵੀ ਪਤਾ ਕਰ ਲੈਨੇ ਵੀ ਮਰਦਾਨਾ ਭਲਾ ਕਿਸ ਤਰ੍ਹਾਂ ਇਹ ਹਿਰਦੇ ਵਿੱਚ ਉਦਾਸ ਬਰਾਮ ਹੋਇਆ ਹੈ। ਕਿਉਂ ਤਲਵੰਡੀ ਜਾਈ ਵੀ ਕਿਉਂ ਇਹ ਤਲਵੰਡੀ ਜਿਹੜਾ ਜਾ ਰਿਹਾ, ਕਿਉਂ ਇਹਨੇ ਤਿਆਰੀ ਜੀ ਕਰ ਲਈ ਹੈ। ਭਨਤ ਨਾਨਕੀ ਬੂਝਹੁ ਤਿਹ ਸੋ ਸੁਣ ਕੇ ਭੈਣ ਨਾਨਕੀ ਜੀ ਨੇ ਕਿਹਾ ਕਿ ਮਾਲਕ ਜੀ ਆ ਤੁਸੀਂ ਕੋਲ ਹੀ ਖੜਾ ਮਰਦਾਨਾ, ਇਹਨੂੰ ਹੀ ਪੁੱਛ ਲੋ ਕਿਉਂ ਦਿਲਗੀਰ ਭਇਓ ਹੈ ਕਿਉਂ ਇਹ ਦਿਲਗੀਰ ਹੋ ਗਿਆ, ਕਿਉਂ ਪਰਾਮ ਜਾ ਹੋਇਆ ਮਰਦਾਨਾ। ਕਹਿ ਜਰਾਮਾ ਸੁਨੀਏ ਮਰਦਾਨਾ ਉਸ ਵਕਤ ਭਾਈਆ ਜੈ ਰਾਮ ਜੀ ਨੇ ਕਿਹਾ ਹੈ ਮਰਦਾਨਾ ਸਾਡਾ ਬਚਨ ਸੁਣੀਏ। ਕਿਉਂ ਤੁਮ ਚਲਨਾ ਚਾਹਿਓ ਹੈ ਭਲਾ ਵੀ ਨਾਲ ਰਹਿੰਦਿਆਂ ਰਹਿੰਦਿਆਂ ਤੂੰ ਕਿਉਂ ਐਵੇਂ ਆਪਣੇ ਨਗਰ ਨੂੰ ਚੱਲਿਆ ਚਾਹੁੰਦਾ ਹੈ, ਕਿਉਂ ਤੂੰ ਜਾਣਾ ਚਾਹੁੰਦਾ ਹੈ ਪਿੰਡ ਨੂੰ। ਸ੍ਰੀ ਨਾਨਕ ਕੋ ਬਹੁ ਹਿਤ ਤੋ ਪਰ ਕਿਉਂਕਿ ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਤੇਰੇ ਉੱਪਰ ਦੇ ਬੜਾ ਹਿੱਤ ਹੈ, ਤੇਰੇ ਉੱਪਰ ਤੇ ਬੜਾ ਉਹਨਾਂ ਦਾ ਪਿਆਰ ਹੈ। ਕਾਸੇ ਭਈ ਵਿਚਾਰਾ ਫਿਰ ਤੇਰੇ ਹਿਰਦੇ ਵਿੱਚ ਕਿਵੇਂ ਉਹਦੀ ਵਿਚਾਰ ਜੀ ਹੋ ਗਈ ਵੀ ਮੈਂ ਇੱਥੋਂ ਛੱਡ ਕੇ ਤੇ ਮੈਂ ਤੇ ਨਹੀਂ ਮਹਾਰਾਜ ਪਾਸ ਰਹਿਣਾ ਤੇ ਮੈਂ ਤੇ ਆਪਣੇ ਘਰ ਚੱਲਿਆ, ਇਹ ਕਿਵੇਂ ਵਿਚਾਰ ਹੋ ਗਈ ਹੈ। ਰਹੋ ਸੰਗ ਨਾ ਕਰਹੁ ਪਿਆਨਾ ਇਸ ਕਰਕੇ ਮਰਦਾਨਾ ਤੂੰ ਮੇਰਾ ਬਚਨ ਮੰਨ, ਇੱਥੇ ਗੁਰੂ ਨਾਨਕ ਸਾਹਿਬ ਜੀ ਦਾ ਸਾਥ ਹੀ ਰਹਿ, ਨਾਲ ਹੀ ਰਹਿ ਤੇ ਆਪਣੇ ਪਿੰਡ ਨਾ ਜਾਣਾ ਕਰ। ਚਾਹੋ ਜੋ ਲਿਹੋ ਨਾ ਅਵਾਰਾ ਜੋ ਤੈਨੂੰ ਚਾਹੀਦਾ ਉਹ ਤੂੰ ਲੈ ਲੈ, ਦੇਰੀ ਨਾ ਕਰ। ਸੋਨ ਜਰਾਮਾ ਤਿਨ ਸੰਗ ਨਾ ਨਿਭੈ ਉਧਰੋਂ ਭਾਈ ਮਰਦਾਨਾ ਜੀ ਬੋਲੇ ਐ, ਕਹਿਣ ਲੱਗੇ ਸੁਣ ਜੈ ਰਾਮ ਕਿ ਮੇਰੀ ਤੇ ਗੁਰੂ ਨਾਨਕ ਮਹਾਰਾਜ ਜੀ ਨਾਲ ਤੇ ਨਹੀਂ ਨਿਭ ਸਕਦੀ, ਮੈਂ ਤੇ ਨਹੀਂ ਨਿਭਾ ਸਕਦਾ। ਕਲਾਵਾਨ ਅਵਤਾਰਾ ਉਹਦੇ ਸ਼ਕਤੀਆਂ ਵਾਲੇ ਤੇ ਅਵਤਾਰ ਹਨ। ਲੱਗੀ ਸਮਾਦ 3 ਦਿਨ ਬੀਤੇ ਹੋਰ ਵੀ ਸੁਣ ਲੋ, ਕਿਆ 3 ਦਿਨ ਉਹਨਾਂ ਦੇ ਬੀਤ ਗਏ ਸਨ, ਸਮਾਧ ਲੱਗੀ ਰਹੀ ਸੀ। ਹਾਥ ਨਾ ਆਏ ਅਹਾਰਾ ਉਹਨਾਂ ਦੀ ਸਮਾਧੀ ਲੱਗ ਗਿਆ, 3 ਦਿਨ ਬੀਤ ਗਏ, ਮੈਨੂੰ ਭੁੱਖ ਬਹੁਤ ਲੱਗ ਗਈ ਤੇ 3 ਦਿਨ ਬੀਤ ਗਏ, ਮੇਰੇ ਹੱਥ ਕੋਈ ਭੋਜਨ ਹੀ ਨਹੀਂ ਆਇਆ, ਮੇਰੇ ਹੱਥ ਹੀ ਨਹੀਂ ਲੱਗਾ ਕੋਈ ਭੋਜਨ ਪ੍ਰਸ਼ਾਦਾ। ਤਿੰਨ ਕੋ ਭੂਖ ਪਿਆਸ ਨਹਿ ਕਬਹੁ ਜੈ ਰਾਮ ਸੁਣ ਵੇਖ ਗੁਰੂ ਨਾਨਕ ਸਾਹਿਬ ਜੀ ਨੂੰ ਨਾ ਤੇ ਭੁੱਖ ਹੈ ਨਾ ਕਿਤੇ ਪਿਆਸ ਹੀ ਹੈ। ਹੋ ਭੋਜਨ ਨਿਤ ਚਾਹੋ ਉਹ ਤੇ ਪਰਮੇਸ਼ਰ ਰੂਪ ਹੈ, ਨਾਲ ਨੂੰ ਭੁੱਖ ਹੈ ਨਾ ਪਿਆਸ ਹੈ, ਉਹਨਾਂ ਦਾ ਤੇ ਸਰ ਜਾਂਦਾ ਹੈ। ਸਾਡਾ ਤੇ ਮਨੁੱਖ ਸਰੀਰ ਹੈ, ਸਾਨੂੰ ਤੇ ਹਰ ਵੇਲੇ ਜਦੋਂ ਭੁੱਖ ਲੱਗੀ ਭੋਜਨ ਚਾਹੀਦਾ ਹੈ। ਰਜਵਾਂ ਨਗਰ ਮਦ ਮੁਝ ਨਹੀਂ ਸੰਦੇਹਾ ਹੋਰ ਵੀ ਜੈ ਰਾਮ ਮੈਂ ਕਹਿਣਾ ਕਿ ਜੇ ਤੇ ਉਹ ਸੁਲਤਾਨਪੁਰ ਸ਼ਹਿਰ ਦੇ ਵਿੱਚ ਹੀ ਰਹਿਣ ਫਿਰ ਤੇ ਮੈਨੂੰ ਕੋਈ ਸੰਸਾ ਨਹੀਂ ਹੈ, ਫਿਰ ਤੇ ਮੈਨੂੰ ਕੋਈ ਭਰਮ ਨਹੀਂ ਹੈ। ਕਾਨਨ ਕਹਤੇ ਖਾਹੋ ਦੱਸੋ ਵੀ ਜੇ ਉਜਾੜ 'ਚ ਜਾ ਕੇ ਬੈਠ ਜਾਵਾਂਗੇ ਤੇ ਉੱਥੇ ਜੰਗਲ ਵਿੱਚ ਭਲਾ ਕਿਸ ਤੋਂ ਮੰਗ ਕੇ ਖਾਵਾਂਗਾ, ਕਿੱਥੋਂ ਮੈਨੂੰ ਕੋਈ ਦਊਗਾ ਖਾਣ ਨੂੰ। ਮਰ ਹਰੀ ਚੰਦ
ਸੁਨੀਏ ਮਰਦਾਨਾ ਕਰ ਗੁਜਰਾਨਾ। ਭਾਈਆ ਜੈ ਰਾਮ ਜੀ ਬੋਲੇ, ਦੇਖ ਮਰਦਾਨਾ ਸੁਣ ਬਚਨ, ਜਿਵੇਂ ਕਿਵੇਂ ਵੀ ਹੁੰਦਾ ਤੂੰ ਗੁਜ਼ਾਰਾ ਕਰ। ਜਿਹ ਬਿਦ ਹੋਏ ਤੁਮਾਰ, ਜਿਸ ਤਰ੍ਹਾਂ ਵੀ ਤੇਰਾ ਹੋਵੇ ਨਾ ਤੂੰ ਗੁਜ਼ਾਰਾ ਕਰ, ਤੇਰਾ ਬੰਦੋਬਸਤ ਅਸੀਂ ਆਪ ਕਰ ਦਿੰਨੇ ਹਾਂ। ਰਹੋ ਪੁਰ ਸੁਲਤਾਨਾ ਕਰ ਘਰ ਖਾਨਾ। ਤੂੰ ਇੰਜ ਕਰ ਵੀ ਸੁਲਤਾਨਪੁਰ ਵਿੱਚ ਹੀ ਰਹਿ। ਜਦੋਂ ਸੁਲਤਾਨਪੁਰ ਵਿੱਚ ਰਹੇਗਾ, ਜਦੋਂ ਵੀ ਤੇਰਾ ਜੀ ਕਰਿਆ ਘਰ ਆ ਜਾ ਕਰ ਤੇ ਭੋਜਨ ਛਕ ਲਿਆ ਕਰ। ਦੋਨੋਂ ਕਾਲ ਆਹਾਰ, ਦੋਨੋਂ ਵਕਤ ਹੀ ਆਇਆ ਕਰ, ਭੋਜਨ ਰੱਜ ਪੁੱਜ ਕੇ ਐ ਛਕ ਲਿਆ ਕਰ ਮੌਜ ਨਾਲ। ਜੇ ਗਮਨ ਹੋ ਆਨਾ ਲਿਹੋ ਧਨ ਪਾਨਾ। ਜੇ ਵੀ ਸਤਿਗੁਰੂ ਜੀ ਨੇ ਹੋਰ ਥਾਂ ਕਿਤੇ ਜਾਣਾ ਹੈ ਤੇ ਤੂੰ ਜਿਹੜਾ ਆਪਣੇ ਹੱਥਾਂ ਵਿੱਚ ਧਨ ਲੈ ਲੈ ਸਾਡੇ ਕੋ। ਕਰ ਖਰੀਦ ਤਹ ਖਾਓ, ਜਿੱਥੇ ਵੀ ਜਾਵੇਂ ਆ ਪੈਸੇ ਤੇਰੇ ਕੋਲ ਹੋਣਗੇ, ਖਰੀਦਦਾਰੀ ਕਰਕੇ ਤੇ ਉੱਥੇ ਤੂੰ ਭੋਜਨ ਛਕ ਲਿਆ ਕਰ। ਨਾ ਕਰੋ ਪਿਆਨਾ ਰਹੋ ਇਹ ਥਾਨਾ। ਅਸੀਂ ਤੇ ਇਹੀ ਕਹਿੰਨੇ ਵੀ ਸਾਡਾ ਬਚਨ ਮੰਨ ਤੇ ਤੂੰ ਇੱਥੇ ਹੀ ਰਹਿ ਸੁਲਤਾਨਪੁਰ ਵਿੱਚ, ਆਪਣੇ ਘਰ ਨਾ ਜਾ। ਨਾਨਕ ਢਿਗ ਹਰ ਖਾਓ, ਗੁਰੂ ਨਾਨਕ ਸਾਹਿਬ ਜੀ ਕੋਲ ਨਾਲ, ਗੁਰੂ ਨਾਨਕ ਸਾਹਿਬ ਜੀ ਕੋਲ ਰਹਿ, ਬਹੁਤ ਖੁਸ਼ ਰਹਿ। ਸੁਨ ਕਰ ਮਰਦਾਨਾ ਔਰ ਹਰ ਖਾਨਾ। ਸੁਣ ਕੇ ਭਾਈ ਮਰਦਾਨਾ ਦੇ ਬਹੁਤ ਹੀ ਖੁਸ਼ ਹੋਇਆ ਹੈ ਹਿਰਦੇ ਵਿੱਚ ਕੀਨੋ ਰਹਿਨ ਵਿਚਾਰ। ਵੀ ਮੈਂ ਮਹਾਰਾਜ ਪਾਸ ਹੀ ਰਹਿ ਜਾਣਾ ਹਾਂ। ਚਲੋ ਠੀਕ ਹੈ ਤੁਹਾਡਾ ਬਚਨ, ਇਸ ਤਰ੍ਹਾਂ ਦੀ ਇਹਨੇ ਵਿਚਾਰ ਕੀਤੀ ਹੈ। ਮੁਖ ਬਚਨ ਬਖਾਨਾ ਤੁਮ ਕਹਿ ਮਾਨਾ। ਮੁਖੋਂ ਬਚਨ ਕਿਹਾ ਹੈ ਕਿ ਜੈ ਰਾਮ ਠੀਕ ਹੈ, ਜਿਵੇਂ ਤੁਸੀਂ ਕਹਿੰਦੇ ਮੈਂ ਤੁਹਾਡਾ ਬਚਨ ਮੰਨਦਾ ਹਾਂ। ਜਾਓ ਨਾ ਮੈਂ ਅਗਾਰ, ਹੁਣ ਮੈਂ ਧਾਰ ਲਈ ਹੈ ਵੀ ਮੈਂ ਆਪਣੇ ਘਰ ਨਹੀਂ ਜਾਵਾਂਗਾ। ਹੋਈ ਪੁਨਰਾਨਾ ਰਹਿਓ ਸੋ ਐਨਾ। ਇਸ ਤਰ੍ਹਾਂ ਵਿਚਾਰਾਂ ਗੱਲਾਂ ਕਰਦਿਆਂ ਰਾਤ ਹੋ ਆਈ ਹੈ ਤੇ ਭਾਈ ਮਰਦਾਨਾ ਜੀ ਉਹ ਜੈ ਰਾਮ ਦੇ ਘਰ ਹੀ ਰਹੇ, ਉੱਥੇ ਬਰਾਤ ਕੱਟੀ ਹੈ। ਖੁਸ਼ੀ ਨਾਨਕੀ ਪੂਰ, ਇੱਧਰ ਭੈਣ ਨਾਨਕੀ ਜੀ ਨੂੰ ਬਹੁਤ ਹੀ ਖੁਸ਼ੀ ਹੋਈ ਹੈ। ਜਿਉ ਹੋਏ ਰੁਕ ਗ੍ਰਹਿ ਨਰ ਜਾਵਹਿ ਤਿਹ ਡਰ। ਜਿਵੇਂ ਕਿਸੇ ਪੁਰਸ਼ ਨੂੰ ਆ ਗ੍ਰਹਿ ਦੀ ਰੋਗ ਹੋ ਜੇ, ਵੀ ਗ੍ਰਹਿ ਜਾਂ ਲੱਗ ਜਾਵੇ ਤੇ ਫਿਰ ਉਹਦਾ ਗ੍ਰਹਿ ਜਿਹੜਾ ਚੜ੍ਹ ਆਇਆ ਉਹਦੇ ਉੱਪਰ ਤੇ ਉਹ ਟਲ ਜਾਵੇ, ਤਿਉ ਔਰ ਪੀਰਾ ਦੂਰ। ਉਸੇ ਤਰ੍ਹਾਂ ਹੀ ਇਹ ਦੁੱਖ ਦਾ ਗ੍ਰਹਿ ਜਿਹਾ ਲੱਗਾ ਸੀ ਭੈਣ ਨਾਨਕੀ ਜੀ ਨੂੰ, ਉਹ ਹਿਰਦੇ ਵਿੱਚੋਂ ਪੀੜਾ ਦੂਰ ਹੋ ਗਈ ਹੈ। ਦਵਈਆ ਛੰਦ ਭੋਰ ਭਾਈ ਮਰਦਾਨਾ ਬੋਲਿਓ। ਸਵੇਰ ਹੋਈ ਹੈ, ਸੂਰਜ ਚੜ੍ਹਿਆ ਤੇ ਭਾਈ ਮਰਦਾਨਾ ਜੀ ਬੋਲਿਆ ਹੈ, ਜਾਵੋ ਨਾਨਕ ਪਾਸੀ। ਲੈ ਵੀ ਜੈ ਰਾਮ ਤੁਹਾਡਾ ਬਚਨ ਮੰਨ ਕੇ ਹੁਣ ਮੈਂ ਗੁਰੂ ਨਾਨਕ ਪਾਸ ਜਾ ਰਿਹਾ ਹਾਂ। ਭੋਜਨ ਕਰ ਤਿਆਰ ਤੁਝ ਦੇਵਹਿ। ਇੱਧਰ ਜੋ ਭੈਣ ਨਾਨਕੀ ਜੀ ਹੈ ਉਹ ਬੋਲੇ ਹੈ ਵੀ ਮਰਦਾਨਾ ਰੁਕ, ਆ ਤੈਨੂੰ ਭੋਜਨ ਤਿਆਰ ਕਰਕੇ ਦਿੰਨੇ ਹਾਂ। ਖਾਏ ਜਾਹੋ ਸ਼ੁੱਧ ਨਾਸੀ। ਆ ਖਾ ਜਾ ਜਾਂਦੀ ਯਾਰ ਭੋਜਨ ਛਕ ਜਾਓ ਤੇ ਤੁਹਾਡੀ ਭੁੱਖ ਵੀ ਨਾਸ ਹੋ ਜੇਗੀ। ਮਾਨ ਬਚਨ ਮੁਖ ਅਚਿਓ ਆਹਾਰਾ। ਮਾਂ ਬਚਨ ਮੰਨ ਲਿਆ ਹੈ, ਭੋਜਨ ਤਿਆਰ ਹੋਇਆ ਤੇ ਮੁਖ ਨਾਲ ਸੋਹਣਾ ਛਕ ਲਿਆ ਰੱਜ ਪੁੱਜ ਕੇ। ਗਵਨਨ ਭਇਓ ਤਿਆਰੀ। ਫਿਰ ਵੀ ਮੈਂ ਚੱਲਦਾ ਹਾਂ, ਚੱਲਣ ਵਾਸਤੇ ਜਾਣ ਲਈ ਤਿਆਰੀ ਕਰ ਲਈ ਹੈ। ਘਰ ਕੋ ਚੀਰ ਜਰਾਮ ਦਇਓ ਤਬ। ਜਦੋਂ ਭਾਈਆ ਜੈ ਰਾਮ ਜੀ ਚੱਲੇ ਆ ਤਦੋਂ ਭਾਈਆ ਜਦੋਂ ਮਰਦਾਨਾ ਜੀ ਚੱਲੇ ਐ ਤੇ ਜੈ ਰਾਮ ਨੇ ਆਪਣੇ ਗਲ ਵਿੱਚ ਜੋ ਪਾਇਆ ਹੋਇਆ ਸੋਹਣਾ ਚੋਲਾ ਸੀ ਉਹ ਉਤਾਰ ਕੇ ਦੇ ਦਿੱਤਾ ਮਰਦਾਨੇ ਨੂੰ। ਪਹਿਰਿਓ ਹਰਖਤ ਭਾਰੀ। ਭਾਈ ਮਰਦਾਨਾ ਜੀ ਨੇ ਵੇਖਿਆ ਵੀ ਬੜਾ ਸੋਹਣਾ ਚੋਲਾ ਹੈ, ਬੜਾ ਖੁਸ਼ ਹੋ ਕੇ ਪਹਿਨ ਲਿਆ ਹੈ। 20 ਰਜਤ ਪਨ ਦੀਨੇ ਬਹਰੋ। ਫਿਰ ਖੁਸ਼ ਹੋ ਕੇ ਜੈ ਰਾਮ ਜੀ ਨੇ 20 ਰੁਪਏ ਹੱਥ ਵਿੱਚ ਦੇ ਦਿੱਤੇ ਹਨ। ਭਲਤ ਨਾਨਕੀ ਬੈਨਾ। ਤੇ ਭੈਣ ਨਾਨਕੀ ਜੀ ਨੇ ਇਸ ਤਰ੍ਹਾਂ ਬਚਨ ਕਿਹਾ ਹੈ। ਸਦਨ ਆਨ ਮੁਝ ਦਰਸ਼ਨ ਦੀਜੈ। ਕਿਹਾ ਹੈ ਕਿ ਮਰਦਾਨਾ ਜੀ ਵੀ ਗੁਰੂ ਮਹਾਰਾਜ ਘਰ ਆਉਣ
ਇੱਥੇ ਘਰ ਆ ਕੇ ਤੇ ਸਾਨੂੰ ਦਰਸ਼ਨ ਦੇਣ। ਬਨਹੁ ਬਿਨੈ ਗੁਣ ਐਨਾ। ਜੋ ਗੁਣਾਂ ਦੇ ਘਰ ਹੈ ਨਾ ਗੁਰੂ ਨਾਨਕ ਸਾਹਿਬ ਜੀ, ਉਹਨਾਂ ਨੂੰ ਸਾਡੇ ਵੱਲੋਂ ਬੇਨਤੀ ਕਰਨੀ ਵੀ ਗੁਰੂ ਸਾਹਿਬ ਜੀ ਘਰ ਆਉਣ ਤੇ ਸਾਨੂੰ ਦਰਸ਼ਨ ਦੇਣ। ਅਦਿਕ ਲਾਲਸਾ ਹਿਰਦੇ ਲਖ ਕਰ। ਸਾਡੇ ਹਿਰਦੇ ਵਿੱਚ ਬਹੁਤ ਹੀ ਇੱਛਾ ਹੀ ਜਾਣ ਕਰਕੇ ਦਇਆ ਧਾਰ ਘਰ ਆਵੈ। ਮਹਾਰਾਜ ਜੀ ਨੂੰ ਕਹਿਣਾ ਵੀ ਮੇਰੀ ਧਾਰ ਕੇ ਸਾਡੇ ਘਰ ਆਉਣ। ਜਾਹੋ ਅਬਹਿ ਮਰਦਾਨਾ ਤਿਨ ਢਿਗ। ਹੁਣ ਵੀ ਭਾਈ ਮਰਦਾਨਾ ਤੂੰ ਗੁਰੂ ਨਾਨਕ ਸਾਹਿਬ ਜੀ ਦੇ ਪਾਸ ਛੇਤੀ ਨਾਲ ਹੀ ਚਲਿਆ ਜਾ। ਅਨੰਤ ਥਾਨ ਨਹਿ ਜਾਵੈ। ਕਿ ਵੇਖ ਲੋ ਕਿਤੇ ਦੇਰ ਨਾ ਹੋ ਜਾਵੇ, ਇਹ ਨਾ ਹੋਵੇ ਵੀ ਗੁਰੂ ਨਾਨਕ ਸਾਹਿਬ ਕਿਸੇ ਹੋਰ ਪਾਸੇ ਤੁਹਾਡੇ ਜਾਂਦਿਆਂ ਨੂੰ ਚਲੇ ਜਾਣ। ਕੰਦੇ ਧਰ ਰਬਾਬ ਕੋ ਗਮਨਿਓ। ਹੋਰ ਪਾਸੇ ਨਾ ਕਿਤੇ ਚਲੇ ਜਾਣ। ਤੇ ਇੱਧਰ ਭਾਈ ਮਰਦਾਨਾ ਜੀ ਸੁਣ ਕਰਕੇ ਉਹ ਜਿਹੜਾ ਰਬਾਬ ਹੈ ਸੋਹਣਾ ਆਪਣੇ ਕੰਧਿਆਂ ਦੇ ਉੱਪਰ ਰੱਖ ਕੇ ਤੇ ਚੱਲ ਪਿਆ ਹੈ। ਸ੍ਰੀ ਗੁਰ ਢਿਗ ਤਪ ਆਇਓ। ਜੋ ਸ੍ਰੀ ਗੁਰੂ ਨਾਨਕ ਦੇ ਮਹਾਰਾਜ ਜੀ ਉਹਨਾਂ ਦੇ ਪਾਸ ਆ ਗਿਆ ਹੈ। ਬੰਦਨ ਕਰ ਬੈਸਿਓ ਗੁਰ ਬੋਲੇ। ਬੰਧਨ ਕਰ ਬੈਸਿਓ, ਮੱਥਾ ਟੇਕ ਕੇ ਭਾਈ ਮਰਦਾਨਾ ਬੈਠ ਗਿਆ ਤੇ ਗੁਰੂ ਸਾਹਿਬ ਜੀ ਬੋਲੇ ਹਨ। ਕਿਉਂ ਰਬਾਬ ਪੁਨ ਲਿਆਇਓ। ਫਿਰ ਭਾਈ ਮਰਦਾਨਾ ਤੂੰ ਤੇ ਘਰ ਨੂੰ ਚਲਿਆ ਗਿਆ ਸੀ, ਅਰਬਾਬ ਭਲਾ ਵਾਪਸ ਕਿਉਂ ਲੈ ਕੇ ਆ ਗਿਆ ਹੈ। ਕਹਿ ਗਇਓ ਮੈਂ ਧਰਨ ਜਬੈ। ਅੱਗੋਂ ਕਿਹਾ ਹੈ ਮਹਾਰਾਜ ਜਦੋਂ ਮੈਂ ਅਰਬਾਬ ਰੱਖਣ ਗਿਆ ਸੀ। ਤਹ ਭਗਨੀ ਮਨ ਅਨੁਰਾਗਾ। ਤੁਹਾਡੀ ਜੋ ਭੈਣ ਹੈ ਨਾਨਕੀ, ਉਹਨਾਂ ਦੇ ਮਨ ਵਿੱਚ ਬਹੁਤ ਆ ਪ੍ਰੇਮ ਆ ਗਿਆ ਸੀ। ਮਮ ਜਾਵਨ ਕੀ ਬਾਤ ਸੁਣੀ। ਉਹਨਾਂ ਦੇ ਮਨ ਵਿੱਚ ਬਹੁਤ ਹੀ ਪ੍ਰੇਮ ਆ ਗਿਆ ਸੀ ਜਦੋਂ ਉਹਨਾਂ ਨੇ ਮੇਰੇ ਜਾਣ ਦੀ ਗੱਲਬਾਤ ਸੁਣੀ ਵੀ ਮੈਂ ਤੇ ਤਲਵੰਡੀ ਨਗਰ ਚੱਲਾਂ ਹਾਂ। ਤੈਨ ਕੀਨਾ ਵੱਡ ਬੈਰਾਗਾ। ਉਸ ਵਕਤ ਭੈਣ ਨਾਨਕੀ ਜੀ ਨੇ ਬਹੁਤ ਵਿਰਾਗ ਕੀਤਾ ਤੇ ਰੋਣ ਹੀ ਲੱਗ ਪਏ। ਆਨੰਦ ਰਾਮ ਭਨੇ ਮੁਖ ਬਜਨਾ। ਫਿਰ ਇੰਨੇ ਨੂੰ ਤੁਹਾਡੇ ਜੀਜਾ ਜੈ ਰਾਮ ਜੀ ਆ ਗਏ ਤੇ ਉਹਨਾਂ ਨੇ ਮੁਖ ਤੋਂ ਬਚਨ ਕਿਹਾ। ਜਪ ਲੋ ਪੁਰ ਸੁਲਤਾਨਾ। ਉਹ ਕਿਹਾ ਹੈ ਉਹਨਾਂ ਨੇ ਕਿ ਮਰਦਾਨਾ ਤੂੰ ਜਾਣਾ, ਜਿੰਨਾ ਚਿਰ ਤੱਕ ਤੂੰ ਸੁਲਤਾਨਪੁਰ ਵਿੱਚ ਰਹੇਗਾ। ਤਬ ਲੋ ਭੋਜਨ ਖਾਵਹੁ ਹਮ ਘਰ। ਜਿੰਨਾ ਚਿਰ ਵੀ ਆ ਸੁਲਤਾਨਪੁਰ ਦੇ ਨੇੜੇ ਤੇੜੇ ਰਹੇਗਾ ਭਾਈ ਮਰਦਾਨਾ ਤੂੰ ਦੋਵੇਂ ਤਿੰਨੇ ਟਾਈਮ ਆਇਆ ਕਰ ਤੇ ਸਾਡੇ ਘਰੋਂ ਹੀ ਭੋਜਨ ਛਕ ਕੇ ਚਲੇ ਜਾਇਆ ਕਰ। ਪੁੰਨ ਦੀ ਖਰਚੀ ਪਾਨਾ। ਫਿਰ ਗੁਰੂ ਸਾਹਿਬ ਜੀ ਇਹਨਾਂ ਨੇ ਖੁਸ਼ ਹੋ ਕੇ ਮੇਰੇ ਹੱਥਾਂ ਵਿੱਚ ਕੁਝ ਪੈਸੇ ਵੀ ਦੇ ਦਿੱਤੇ। 20 ਕਾਰਖਿਕ ਗਰ ਕੋ ਅੰਬਰ। ਜੈ ਰਾਮ ਜੀ ਨੇ ਖੁਸ਼ ਹੋ ਕੇ ਆਪਣੇ ਗਲ ਵਿੱਚੋਂ ਸੋਹਣਾ ਚੋਲਾ ਲਾ ਕੇ ਮੈਨੂੰ ਦਿੱਤਾ, ਨਾਲ 20 ਰੁਪਏ ਵੀ ਦਿੱਤੇ। ਦਾ ਕਰ ਮੁਝੇ ਪਠਾਇਆ। ਬੜਾ ਪਿਆਰ ਕੀਤਾ, 20 ਰੁਪਏ ਤੇ ਚੋਲਾ ਦੇ ਕੇ ਫਿਰ ਮੈਨੂੰ ਤੁਹਾਡੇ ਪਾਸ ਭੇਜਿਆ। ਪੁਨ ਭਗਨੀ ਭਨ ਆਨ ਸਦਨ ਮੁਝ। ਫਿਰ ਤੁਹਾਡੀ ਭੈਣ ਜੀ ਨੇ ਕਿਹਾ ਕਿ ਮਹਾਰਾਜ ਸਾਡੇ ਘਰ ਵਿੱਚ ਆ ਕੇ ਦੇਹੋ ਦਰਸ਼ਨ ਕਰਦਾ ਆ। ਕਿ ਦਰਸ਼ਨ ਦੇਣਾ ਕਿ ਇਸ ਤਰ੍ਹਾਂ ਮੈਨੂੰ ਕਿਹਾ ਸੀ। ਕਿਆ ਕੀਨੋ ਤਾਂ ਇਹ ਕੁਮਾਨਾ। ਕਿਆ ਕੀਨੋ ਤਾਂ ਇਹ ਕੁਕਾਮਾ। ਸੁਣ ਕੇ ਵੀ ਭੈਣ ਨਾਨਕੀ ਜੀ ਪਾਸੋਂ 20 ਰੁਪਏ ਭਾਈ ਮਰਦਾਨਾ ਜੀ ਲੈ ਆਇਆ ਹੈ, ਨਾਲੇ ਚੋਲਾ ਲੈ ਆਇਆ ਹੈ। ਤੇ ਗੁਰੂ ਸਾਹਿਬ ਜੀ ਨੇ ਕਿਹਾ ਹੈ ਭਾਈ ਮਰਦਾਨਾ ਆ ਕੀ ਤੂੰ ਖੋਟਾ ਹੀ ਕੰਮ ਕੀਤਾ, ਮਾੜਾ ਹੀ ਕੰਮ ਕੀਤਾ ਹੈ। ਅੰਤ ਹੈ ਡੂਮ ਸੁਭਾਏ। ਵੇਖ ਲੈ ਮਰਦਾਨਾ ਜਿਹੜਾ ਉਹ ਫਿਰ ਮੁਰਾਸੀਆਂ ਵਾਲਾ ਸੁਭਾਅ ਤੂੰ ਦਿਖਾਈ ਦਿੱਤਾ ਹੈ। ਆਗਾ ਤਿੰਨ ਪਾਲਨ ਸ੍ਰੀ ਚੰਦਾ। ਉਹ ਵੇਖ ਲੋ ਵੀ ਜੋ ਭੈਣ ਨਾਨਕੀ ਜੀ ਉਹ ਤੇ ਪਹਿਲਾਂ ਹੀ ਜਿਹੜੇ ਸਾਡੇ ਸੁਪੁੱਤਰ ਹੈ ਸ੍ਰੀ ਚੰਦ ਜੀ ਨੂੰ ਪਾਲ ਪੋਸ ਰਹੇ ਹਨ। ਪੁਨ ਜਾਚੇ ਤੁਮ ਜਾਏ। ਫਿਰ ਤੂੰ ਉਹਨਾਂ ਪਾਸ ਗਿਆ ਤੇ ਪੈਸੇ ਮੰਗ ਕੇ ਲੈ ਆਇਆ ਹੈ।
ਭਲੋ ਕਾਜ ਕੀਨਾ ਇਹ ਨਾਹੀ। ਮਰਦਾਨਾ ਮੈਂ ਤੇ ਤੁਹਾਨੂੰ ਕਹਿਣਾ ਵੀ ਤੁਸਾਂ ਨੇ ਚੰਗਾ ਕੰਮ ਨਹੀਂ ਕੀਤਾ। ਲਾਲਚ ਕਰ ਧਨ ਆਨਾ। ਵੇਖ ਲੈ ਤੇਰੇ ਮਨ ਵਿੱਚ ਕਿੰਨਾ ਲਾਲਚ ਹੈ, ਲਾਲਚ ਲੋਭ ਜੈ ਕਰਕੇ ਤੂੰ ਪੈਸੇ 20 ਰੁਪਏ ਲੈ ਆਇਆ ਹੈ। ਜਾਹੋ ਸ਼ਬਦ ਮੋਰ ਮੋਰ ਸੋ ਦੀਜੈ। ਹੁਣ ਤੂੰ ਸਾਡਾ ਬਚਨ ਮੰਨ ਤੇ ਛੇਤੀ ਤੂੰ ਮੁੜ ਜਾ ਤੇ ਜਿਹੜੇ 20 ਰੁਪਏ ਲੈ ਕੇ ਆ ਉਹ ਮੋੜ ਦੇ ਭੈਣ ਜੀ ਨੂੰ। ਨਹਿ ਰਾਖੋ ਨਿਜ ਪਾਨਾ। ਇਹ ਜਿਹੜੇ ਹੱਥਾਂ ਵਿੱਚ ਪੈਸੇ ਨਾ 20 ਰੁਪਏ ਤੂੰ ਆਪਣੇ ਕੋਲ ਨਾ ਰੱਖ। ਸੁਨ ਨਾਨਕ ਜੀ ਕੂਰ ਨਾ ਕਹਿਓ। ਸੁਣ ਕੇ ਭਾਈ ਮਰਦਾਨਾ ਜੀ ਨੇ ਕਿਹਾ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਮੈਂ ਝੂਠ ਨਹੀਂ ਕਹਿੰਦਾ ਹਾਂ। ਨਹਿ ਜਾਚੇ ਮੈਂ ਜਾਏ। ਗੁਰੂ ਸਾਹਿਬ ਜੀ ਮੈਂ ਤੇ ਘਰ ਗਿਆ ਹਾਂ, ਮੈਂ ਪੈਸੇ 20 ਰੁਪਏ ਮੰਗ ਕੇ ਥੋੜਾ ਲਏ ਐ। ਦਏ ਆਪ ਤਿਨ ਹਿਤ ਕਰ ਹਿਰਦੈ। ਉਹ ਤੇ ਜੈ ਰਾਮ ਜੀ ਨੇ ਹਿਰਦੇ ਵਿੱਚ ਬਹੁਤ ਪ੍ਰੇਮ ਪਿਆਰ ਕਰਕੇ ਮੈਨੂੰ ਦਿੱਤੇ ਐ ਪੈਸੇ। ਅਬ ਤਬ ਲੈ ਕਰ ਹਾਂ ਆਏ। ਫੇਰ ਮਹਾਰਾਜ ਮੈਂ ਲੈ ਕੇ ਆਇਆ, ਮੈਂ ਭਲਾ ਮੰਗ ਕੇ ਥੋੜਾ ਲੈ ਕੇ ਆਇਆ ਹਾਂ। ਅਬ ਜਿਹ ਬਿਦ ਤੁਮ ਬਦਨ ਬਧੋਗੇ। ਹੁਣ ਸਤਿਗੁਰ ਜੀ ਜਿਵੇਂ ਤੁਸੀਂ ਆਪਣੇ ਮੇਰ ਵਿੱਚ ਆ ਕੇ ਜਿਸ ਤਰ੍ਹਾਂ ਵੀ ਆਪਣੇ ਮੁਖੋਂ ਬਚਨ ਕਹੋਗੇ ਦਸ ਬਿਦ ਮੈਂ ਅਨੁਸਾਰਾ। ਉਸੇ ਤਰ੍ਹਾਂ ਹੀ ਮੈਂ ਤੁਹਾਡੇ ਅਨੁਸਾਰੀ ਹਾਂ, ਮੈਂ ਤੁਹਾਡੀ ਆਗਿਆ ਵਿੱਚ ਹਾਂ ਸੱਚੇ ਪਾਤਸ਼ਾਹ ਜੀ। ਜਿਉ ਤੁਮ ਸੰਗ ਹੋਏ ਨਿਰਭੈਵਾ। ਜਿਵੇਂ ਗੁਰੂ ਸਾਹਿਬ ਜੀ ਆ ਤੁਹਾਡੇ ਨਾਲ ਮੇਰਾ ਨਿਰਭਾ ਹੋਵੇ, ਮੇਰੀ ਨਿਭੇ, ਤੈਸੇ ਕਰੋ ਵਿਚਾਰਾ। ਉਸੇ ਤਰ੍ਹਾਂ ਤੁਸੀਂ ਵਿਚਾਰ ਕਰ ਲਓ, ਮੇਰੇ ਖਾਣ ਪੀਣ ਦਾ ਬੰਦੋਬਸਤ ਕਰਕੇ ਹੀ ਰੱਖੋ। ਕਹ ਸ੍ਰੀ ਗੁਰ ਨਰ ਆਸ ਨਾ ਰਖੀਏ। ਸੁਣ ਕੇ ਗੁਰੂ ਨਾਨਕ ਸਾਹਿਬ ਜੀ ਨੇ ਕਿਹਾ ਹੇ ਭਾਈ ਮਰਦਾਨਾ ਇਹ ਜੀਵਨ ਵਿੱਚ ਰਹਿੰਦਾ ਕਦੀ ਕਿਸੇ ਮਨੁੱਖ ਦੀ ਆਸ ਨਾ ਰੱਖੀਏ ਵੀ ਫਲਾਣਾ ਮੈਨੂੰ ਆ ਦੇ ਦੂਗਾ, ਢਿੰਗਾਣਾ ਮੈਨੂੰ ਆ ਦੇ ਦੂਗਾ। ਨਹਿ ਬਿਕਾਰ ਇਸ ਮਾਹੀ। ਇਹ ਜਿਹੜਾ ਮੰਗਣ ਵਾਲੇ ਹੋ ਕੇ ਕਦੀ ਕਿਸੇ ਦੀ ਆਸ ਰੱਖਣੀ, ਕਦੀ ਕਿਸੇ ਦੀ ਆਸ ਰੱਖਣੀ, ਇਹਦੇ ਵਿੱਚ ਬਹੁਤ ਹੀ ਭਾਈ ਮਰਦਾਨਾ ਵਿਕਾਰ ਹੈ, ਮਾੜਾ ਹੀ ਦੋਸ਼ ਹੈ ਬੰਦੇ ਵਿੱਚ। ਤ੍ਰਿਸ਼ਨਾ ਅਧਿਕ ਹੋਏ ਨਹਿ ਤ੍ਰਿਪਤੈ। ਜਦੋਂ ਇਹ ਮਨੁੱਖ ਵਿੱਚ ਤ੍ਰਿਸ਼ਨਾ ਵੱਧ ਜਾਂਦੀ ਹੈ, ਹੋ ਜਾਂਦੀ ਹੈ, ਇਹ ਮਨੁੱਖ ਮੰਗਦਾ ਤੇ ਰਹਿੰਦਾ ਹੈ, ਮੰਗ ਮੰਗ ਕੇ ਰੱਜਦਾ ਨਹੀਂ ਹੈ। ਬਹਰ ਬਹਰ ਭਰਮਾਹੀ। ਮੋੜ ਮੋੜ ਸਗੋਂ ਭਰਮਦਾ ਭਟਕਦਾ ਹੈ, ਮੰਗਦਾ ਹੀ ਫਿਰਦਾ ਦਰ ਦਰ ਤੇ। ਏਕ ਜਾਚ ਦੂਜਾ ਟਿਕ ਜਾਵਹਿ। ਜਦੋਂ ਇਸ ਮਨੁੱਖ ਦੇ ਵਿੱਚ ਤ੍ਰਿਸ਼ਨਾ ਦੀ ਅੱਗ ਲੱਗ ਜਾਂਦੀ ਹੈ, ਇਹ ਮਰਦਾਨਾ ਇਸ ਤਰ੍ਹਾਂ ਕਰਦਾ ਹੈ, ਪਹਿਲਾਂ ਇੱਕ ਕੋ ਮੰਗਦਾ ਹੈ, ਇੱਕ ਕੋ ਮੰਗ ਕੇ ਫਿਰ ਦੂਜੇ ਕੋਲ ਜਾ ਕੇ ਮੰਗਦਾ ਹੈ। ਪੁਨ ਤੀਸਰ ਪਹਿ ਦੀਨਾ। ਫਿਰ ਇਹ ਤੀਸਰੇ ਕੋ ਚੜਿਆ ਜਾਂਦਾ ਬੜਾ ਆਏ ਨਿਮਾਣਾ ਦੁਖੀ ਜਿਹਾ ਹੋ ਕੇ ਤੇ ਲੋਕਾਂ ਦੀਆਂ ਲੇਲੜੀਆਂ ਕੱਢਦਾ, ਹੱਥ ਡਾਉਂਦਾ ਹੈ ਦੂਸਰਿਆਂ ਅੱਗੇ। ਚਤੁਰਥ ਤੇ ਜਾਚੈ ਹੋਏ ਆਤੁਰ। ਫਿਰ ਇਹਦੀ ਮੰਗਣ ਦੀ ਤ੍ਰਿਸ਼ਨਾ ਇੰਨੀ ਵੱਧ ਜਾਂਦੀ ਹੈ ਵੀ ਦੁਖੀ ਹੋ ਕੇ ਵਿਆਕਲ ਹੋ ਕੇ ਫਿਰ ਚੌਥੇ ਕੋ ਮੰਗਦਾ ਵੀ ਤੂੰ ਵੀ ਮੈਨੂੰ ਕੁਝ ਦੇ ਦੇ। ਤ੍ਰਿਸ਼ਨਾ ਕੀਨਾ ਅਧੀਨਾ। ਕਿਉਂਕਿ ਜਿਹੜੀ ਤ੍ਰਿਸ਼ਨਾ ਹੈ ਉਸਨੇ ਇਸ ਨੂੰ ਅਧੀਨ ਕੀਤਾ ਹੋਇਆ, ਮੰਗਣ ਵਾਲੇ ਪੁਰਸ਼ ਨੂੰ ਇਹਦੀ ਤ੍ਰਿਸ਼ਨਾ ਮਰਦੀ ਨਹੀਂ ਹੈ, ਇਹ ਵੱਧਦੀ ਜਾਂਦੀ ਤ੍ਰਿਸ਼ਨਾ ਦੇ। ਗੁਰੂ ਸਾਹਿਬ ਜੀ ਕਹਿੰਦੇ ਹੈ ਤ੍ਰਿਸ਼ਨਾ ਵਿਰਲੇ ਕੀ ਹੀ ਬੂਝੀ ਹੈ। ਜਿਹੜੀ ਤ੍ਰਿਸ਼ਨਾ ਹੈ, ਤ੍ਰਿਸ਼ਨਾ ਬੁਝੇ ਹਰ ਕੈ ਨਾਮ, ਹਰੀ ਪਰਮੇਸ਼ਰ ਦੇ ਨਾਮ ਨਾਲ ਬੁਝਦੀ ਹੈ, ਨਹੀਂ ਦੂਸਰੇ ਪੁਰਸ਼ ਦੀ ਤ੍ਰਿਸ਼ਨਾ ਨਹੀਂ ਬੁਝਦੀ। ਉਹਦੇ ਕੋਟ ਜੋਰੇ ਲੱਖ ਕਰੋੜੇ ਮਨ ਨਾ ਹੋਰੇ, ਕਰੋੜਾਂ ਜੋੜ ਲੈਂਦਾ, ਲੱਖਾਂ ਜੋੜ ਲੈਂਦਾ, ਹੋਰ ਵੱਧਦੀ ਜਾਂਦੀ ਹੈ। ਹੇ ਭਾਈ ਮਰਦਾਨਾ ਜਿਹੜਾ ਤ੍ਰਿਸ਼ਨਾ ਦੇ ਅਧੀਨ ਕੀਤਾ ਹੋਇਆ ਪੁਰਸ਼ ਉਹ ਮੰਗਦਾ ਹੀ ਰਹਿੰਦਾ ਹਰ ਵਕਤ। ਏਕ ਆਸ ਰੱਖੋ ਅਬਨਾਸ਼ੀ। ਇਸ ਕਰਕੇ ਅਸੀਂ ਕਹਿੰਨੇ ਜਿਹੜਾ ਨਾਸ ਤੋਂ ਰਹਿਤ ਹੈ ਨਾ ਬਿਨਾਸੀ ਪਰਮੇਸ਼ਰ, ਉਹਦੀ ਤੂੰ ਆਸ ਰੱਖ। ਤ੍ਰਿਸ਼ਨਾ ਨਾਸਹਿ ਆਨਾ। ਹੋਰ ਜਿਹੜੀਆਂ ਇਹ ਮਨ ਦੀਆਂ ਤ੍ਰਿਸ਼ਨਾ ਹੈ, ਮਨ ਵਿੱਚ ਅੱਗ ਲੱਗੀ ਹੈ ਮੰਗਣ ਦੀ, ਉਹ ਨਾਸ ਹੀ ਕਰ ਦੇ। ਜਹ ਜਹ ਹੋਏ ਬਚਾਵ ਤਹ ਤਹ। ਕਿਉਂਕਿ ਉਹ ਜੋ ਪਰਮੇਸ਼ਰ ਹੈ ਨਾ ਪਰਮਾਤਮਾ ਬਿਨਾਸੀ, ਉਹ ਤੇ ਜਿੱਥੇ ਜਿੱਥੇ ਮਨੁੱਖ ਹੁੰਦਾ ਹੈ ਉਸ ਨੂੰ ਉੱਥੇ ਉੱਥੇ ਪਹੁੰਚਾਉਂਦਾ ਹੈ।
ਕੀਟ ਮਦ ਪਾਖਾਨਾ। ਉਹ ਤੇ ਮਾਲਕ ਐਸਾ ਹੈ, ਜਿੱਥੇ ਕੋਈ ਜੀਵ ਜੰਤੂ ਹੋਵੇ ਉਥੇ ਪਹੁੰਚਾਉਂਦਾ ਹੈ। ਜਲ ਵਿੱਚ ਦੱਸੋ ਕਿਹੜਾ ਮਨੁੱਖ ਹੈ ਜਿਹੜਾ ਜੀਵਾਂ ਨੂੰ ਦੇ ਰਿਹਾ ਖਾਣ ਨੂੰ, ਪਰ ਉਹ ਜਿਹੜੇ ਮੱਛੀਆਂ ਮਗਰਮੱਛ ਬੇਅੰਤ ਜੀਵ ਹੈ, 42 ਲੱਖ ਜੂਨਾ ਹੈ, ਉਹਨਾਂ ਨੂੰ ਕੌਣ ਦੇ ਰਿਹਾ? ਉਹਨਾਂ ਨੂੰ ਪਰਮੇਸ਼ਰ ਦੇ ਰਿਹਾ ਹੈ। ਇਸੇ ਤਰ੍ਹਾਂ ਜਿਹੜਾ ਕੀੜਾ ਪੱਥਰ ਵਿੱਚ ਇਹ ਮਰਦਾਨਾ, ਉਹ ਤੇ ਪਰਮੇਸ਼ਰ ਉਹਨਾਂ ਨੂੰ ਬਚਾ ਰਿਹਾ ਹੈ। ਪਾਖਣ ਕੀਟ ਗੁਪਤ ਹੋਏ ਰਹਤਾ, ਤਾਚੋ ਮਾਰਗ ਨਾਹੀ। ਪੱਥਰ ਨੂੰ ਕੋਈ ਥਾਂ ਨਹੀਂ ਹੈ ਲੰਘਣ ਵਿੱਚ, ਉਸ ਕੀੜੇ ਨੂੰ ਵੀ ਉਹ ਆਰ ਪਾਰ ਨਿਕਲ ਆਵੇ ਕਿਤੇ, ਫਿਰ ਹੀ ਉਹ ਪਰਮੇਸ਼ਰ ਉਹ ਕੀੜੇ ਦੇ ਮੂੰਹ ਵਿੱਚ ਦਾਣਾ ਦੇ ਹੀ ਦਿੰਦਾ ਹੈ। ਉਦਰ ਵਿਖੇ ਪ੍ਰਤਪਾਲ ਜੋ। ਹੋਰ ਵੀ ਸੁਣ, ਜਦੋਂ ਬੱਚਾ ਮਾਂ ਦੇ ਪੇਟ ਵਿੱਚ ਹੁੰਦਾ ਹੈ, ਉਹ ਪਰਮੇਸ਼ਰ ਫਿਰ ਵੀ ਪ੍ਰਤਪਾਲਣਾ ਕਰਦਾ ਹੈ। ਜਨਮਤ ਦੇਹ ਆਹਾਰਾ। ਜਦੋਂ ਇਹ ਬੱਚਾ ਪੈਦਾ ਹੋ ਜਾਂਦਾ ਹੈ ਤੇ ਉਹ ਪਰਮੇਸ਼ਰ ਫਿਰ ਵੀ ਛਕਣ ਨੂੰ ਦੁੱਧ ਦੇ ਦਿੰਦਾ ਹੈ। ਪੂਰਬ ਅਸਥਨਾ ਮਹਿ ਕਛ ਨਾਹੀ। ਮਰਦਾਨੇ, ਜਦੋਂ ਬੱਚੇ ਦਾ ਜਨਮ ਨਹੀਂ ਨਾ ਹੋਇਆ ਹੁੰਦਾ, ਮਾਂ ਦੇ ਅਸਥਨਾ ਵਿੱਚ ਦੁੱਧ ਨਹੀਂ ਹੁੰਦਾ, ਉਦੋਂ ਪਾਣੀ ਹੁੰਦਾ ਹੈ। ਪੁਨ ਮੈਂ ਪਸਮਤ ਧਾਰਾ। ਉਹ ਬੱਚੇ ਦੇ ਜਨਮ ਲੈਂਦਿਆਂ ਹੀ ਵੇਖ ਲੋ, ਪਰਮੇਸ਼ਰ ਜਿਹੜਾ ਦੁੱਧ ਹੈ ਉਹਨੂੰ ਫੁਟਾ ਦਿੰਦਾ, ਦੁੱਧ ਦੀਆਂ ਫੁੱਟੀਆਂ ਪੈਦਾ ਹੋ ਜਾਂਦੀਆਂ, ਦੁੱਧ ਪੈਦਾ ਕਰ ਦਿੰਦਾ ਹੈ। ਇਹ ਬਿਦ ਲਖ ਕਰ ਅਸਥਿਰ ਔਰ ਕਰ। ਇਸੇ ਕਰਕੇ ਗੁਰੂ ਅਰਜਨ ਦੇਵ ਮਹਾਰਾਜ ਰੋਜ਼ਾਨਾ ਸਾਨੂੰ ਸੁਖਮਨੀ ਸਾਹਿਬ ਵਿੱਚ ਸਮਝਾਉਂਦੇ ਆ ਕਿ ਹੇ ਮਨੁੱਖ, ਤੂੰ ਐਸਾ ਕਿਰਤ ਘਾਣਾ ਹੈ, ਤੈਨੂੰ ਪਰਮੇਸ਼ਰ ਨੇ ਇੰਨਾ ਕੁਝ ਦਿੱਤਾ ਹੈ ਕਿ ਰਮਈਆ ਕੇ ਗੁਣ ਚੇਤ ਬਰਾਨੀ, ਕਵਣ ਮੂਲ ਤੇ ਕਵਣ ਦ੍ਰਿਸ਼ਟਾਨੀ। ਜਿਨ ਤੂੰ ਸਾਜ ਸਵਾਰ ਸਿਗਾਰਿਆ, ਗਰਭ ਅਗਨ ਮਹਿ ਜਿਨੇ ਉਬਾਰਿਆ। ਬਾਰ ਵਿਵਸਥਾ ਤੁਝੈ ਪਿਆਰੇ, ਦੂਧ ਭਰ ਜੋਬਨ ਭੋਜਨ ਸੁਖ ਸੂਦ। ਬਿਰਦ ਭਇਆ ਉਪਰ ਸਾਗ ਸੈਨ, ਮੁਖ ਪਿਆਓ ਬੈਠ ਕੋ ਦੈਨ। ਮਹਾਰਾਜ ਕਹਿੰਦੇ ਵੀ ਵੇਖ ਮਨੁੱਖ, ਜਿਸ ਪਰਮੇਸ਼ਰ ਨੇ ਤੈਨੂੰ ਸਾਜਿਆ ਸਿਵਾਰਿਆ ਸਿਗਾਰਿਆ ਹੈ, ਉਸ ਪਰਮੇਸ਼ਰ ਨੂੰ ਤੂੰ ਕਿੰਨਾ ਕੁ ਜਾਣਦਾ ਹੈ? ਜਿਸ ਨੇ ਤੈਨੂੰ ਜਵਾਨੀ ਦਿੱਤੀ, ਤੈਨੂੰ ਭੋਜਨ ਦਿੱਤਾ, ਤੇਰੇ ਬੁਢੇਪੇ ਵੇਲੇ ਤੈਨੂੰ ਸਗੇ ਸੰਬੰਧੀ ਦਿੱਤੇ ਤੇਰੀ ਪੁੱਛਗਿਛ ਕਾਰਨ, ਪਰ ਤੂੰ ਕਿੰਨਾ ਕੁ ਉਸ ਪਰਮੇਸ਼ਰ ਨੂੰ ਯਾਦ ਕਰਦਾ ਹੈ ਮਨੁੱਖ? ਮਹਾਰਾਜ ਸਾਡੇ ਲੋਕਾਂ ਦੀ, ਸਾਡੇ ਅਕਿਰਤ ਘਣਾ ਦੀ ਸਿਫਾਰਿਸ਼ ਕਰਦੇ ਹੋਏ ਬਚਨ ਕਹਿੰਦੇ, ਹੇ ਮਹਾਰਾਜ ਪਰਮੇਸ਼ਰ, ਇਹ ਨਿਰਗੁਣ ਗੁਣ ਕਛੂ ਨਾ ਬੂਝੈ। ਇਹ ਮਨੁੱਖ ਬੜਾ ਗੁਣਾਂ ਤੋਂ ਰਹਿਤ ਹੈ, ਮੰਦੀ ਮੱਤ ਵਾਲਾ ਹੈ, ਇਹ ਤੁਹਾਡੇ ਗੁਣ ਨੂੰ ਬੁੱਝਦਾ ਨਹੀਂ ਹੈ। ਸਤਿਗੁਰੂ ਇਹਨਾਂ ਨੂੰ ਬਖਸ਼ ਲੈ, ਇਹਨਾਂ ਦੀ ਮੱਤ ਥੋੜ੍ਹੀ ਹੈ ਜੀਵਾਂ ਦੀ। ਇੱਥੇ ਸਤਿਗੁਰ ਜੀ ਉਹੀ ਸਮਝਾ ਰਹੇ, ਕਹਿ ਰਹੇ ਭਾਈ ਮਰਦਾਨਾ, ਉਹ ਤੇ ਪਰਮੇਸ਼ਰ ਇਸ ਜੀਵ ਨੂੰ ਹਰ ਵਕਤ ਹੀ ਪ੍ਰਤਪਾਲਣਾ ਕਰਦਾ। ਮਾਂ ਦੇ ਪੇਟ ਵਿੱਚ ਵੀ ਜਨਮ ਦਿੰਦਿਆਂ ਸਾਰੀ ਦੁੱਧ ਪੈਦਾ ਕਰ ਦਿੰਦਾ ਹੈ, ਥੋੜਾ ਵੱਡਾ ਹੁੰਦਾ ਤੇ ਦੰਦ ਦੇ ਦਿੰਦਾ ਹੈ। ਧਰ ਸੰਤੋਖ ਸਦਾਈ। ਇਸ ਕਰਕੇ ਮਰਦਾਨੇ, ਤੂੰ ਹਮੇਸ਼ਾ ਹੀ ਸੰਤੋਖ ਹੀ ਰੱਖ ਹਿਰਦੇ ਵਿੱਚ। ਜਲ ਥਲ ਗਿਰ ਨਭ ਤਾਂਬਰ ਧਰ ਇਹ। ਉਹ ਤੇ ਮਾਲਕ ਐਸਾ ਵੀ ਜਲਾਂ ਵਿੱਚ, ਥਲਾਂ ਸੁੱਕੀਆਂ ਜ਼ਮੀਨਾਂ ਵਿੱਚ, ਪਹਾੜਾਂ ਵਿੱਚ, ਆਕਾਸ਼ਾਂ ਵਿੱਚ, ਤੇ ਜਿਹੜੀ ਤਾਂਬੇ ਦੀ ਧਰਤੀ ਜਿੱਥੇ ਸੱਪ ਹੀ ਸੱਪ ਵਸਦੇ ਹਨ। ਜਹ ਲਗ ਚਰ ਅਚਰਾਈ। ਜਿੱਥੋਂ ਤੱਕ ਹੀ ਉਹ ਪਰਮੇਸ਼ਰ ਹੀ ਪਰਮੇਸ਼ਰ ਸਮਾਇਆ ਹੈ, ਸਭ ਨੂੰ ਦੇ ਰਿਹਾ ਹੈ। ਚਾਰ ਜਿਹੜੇ ਤੁਰਨ ਵਾਲੇ ਜੀਵ ਹੈ, ਅਚਾਰ ਜਿਹੜੇ ਤੁਰ ਨਹੀਂ ਸਕਦੇ, ਪੱਥਰ ਰੁੱਖ, ਸਭ ਨੂੰ ਦੇ ਰਿਹਾ ਮਾਲਕ। ਰੋਸ਼ ਪਾਲਣਾ ਕਰਤ ਵਿਸਾਲਾ। ਉਹ ਤੇ ਸਭ ਦੀ ਬੜੀ ਤਗੜੀ ਪ੍ਰਤਪਾਲਣਾ ਕਰ ਰਿਹਾ ਹੈ। ਕੋਈ ਨਾ ਬਿਨਾ ਆਹਾਰਾ। ਕੋਈ ਵੀ ਐਸਾ ਹੈ ਨਹੀਂ ਜਿਹੜਾ ਬਿਨਾ ਭੋਜਨ ਤੇ ਸਭ ਦੇ ਮੂੰਹ 'ਚ ਟੁੱਕ ਪਾ ਕੇ ਪਰਮੇਸ਼ਰ ਸਭ ਨੂੰ ਰੱਖਦਾ ਹੈ। ਅਸ ਉਦਾਰ ਕੋ ਤਾਜ ਕਰ ਭਰਮਤ। ਹੇ ਮਰਦਾਨਾ, ਤੂੰ ਐਸੇ ਸਖੀ ਦਾਤੇ ਖੁੱਲ੍ਹ ਦਿਲੀ ਵਾਲੇ ਪਰਮੇਸ਼ਰ ਨੂੰ ਛੱਡ ਕੇ ਤੇ ਕਿਵੇਂ ਤੂੰ ਜਿਹੜਾ ਹੈ ਭਰਮਿਆ ਭਟਕਿਆ ਫਿਰਦਾ ਹੈ। ਤ੍ਰਿਸ਼ਨਾ ਦੁਖ ਪਰਵਾਰਾ। ਇਹ ਜਿਹੜੀ ਤ੍ਰਿਸ਼ਨਾ ਦਾ ਦੁੱਖ ਹੈ, ਉਹਦੇ ਵਿੱਚ ਕਿਵੇਂ ਤੂੰ ਭਲਾ ਘੇਰਿਆ ਪਿਆ ਹੈ। ਸਦਾ ਸਨੇ ਜਨ ਬੈਨ ਸ਼ਰਵਣ ਸੁਨ। ਜਦੋਂ ਗੁਰੂ ਨਾਨਕ ਸਾਹਿਬ ਜੀ ਦੇ ਅੰਮ੍ਰਿਤ ਵਰਗੇ ਬਚਨ ਭਾਈ ਮਰਦਾਨਾ ਜੀ ਨੇ ਕੰਨਾਂ ਵਿੱਚ ਸੁਣੇ ਹੈ। ਮਨ ਬਹਿ ਆਵ ਸੰਤੋਖਾ।
ਮਨ ਵਿੱਚ ਉਸੇ ਵੇਲੇ ਸੰਤੋਖ ਆ ਗਿਆ ਹੈ। ਜਨਮ ਜਨਮ ਕੀ ਤ੍ਰਿਸ਼ਨਾ ਦੁਖ ਤੇ, ਜੋ ਜਨਮਾਂ ਜਨਮਾਂਤਰਾਂ ਦੀ ਤ੍ਰਿਸ਼ਨਾ ਲੱਗੀ ਸੀ ਤੇ ਤ੍ਰਿਸ਼ਨਾ ਦੇ ਦੁੱਖ ਕਰਕੇ ਦੇ ਗਿਆਨ ਬਰ ਭੁਖਾ, ਸ੍ਰੇਸ਼ਟ ਜਿਹੜਾ ਬ੍ਰਹਮ ਗਿਆਨ ਦੇ ਕੇ ਭਾਈ ਮਰਦਾਨੇ ਨੂੰ ਤ੍ਰਿਪਤ ਕਰ ਦਿੱਤਾ, ਰਜਾ ਦਿੱਤਾ ਹੈ। ਬੰਦ ਬੰਦ ਬਦਨ ਬਦਤ ਮਰਦਾਨਾ ਚੱਲੀਏ, ਉਸ ਵਕਤ ਭਾਈ ਮਰਦਾਨਾ ਜੀ ਨੇ ਮੁਖੋਂ ਕਿਹਾ, ਮਹਾਰਾਜ ਹੁਣ ਕਿਰਪਾ ਕਰੀਏ ਚੱਲੀਏ। ਤੁਮ ਕੋ ਸਹਾਕਾਰਾ, ਜੋ ਤੁਹਾਡੇ ਭੈਣ ਨਾਨਕੀ ਜੀ ਹੈ ਉਹਨਾਂ ਨੇ ਸੱਦਿਆ, ਆਪਾਂ ਉਹਨਾਂ ਕੋ ਚੱਲੀਏ। ਸੰਗ ਚਲਾ ਮੈਂ ਦੇਉ ਰਜਤ ਪਾਣਾ, ਮੈਂ ਵੀ ਇਸ ਤਰ੍ਹਾਂ ਦੀ ਵਿਚਾਰ ਕੀਤੀ ਵੀ ਤੁਹਾਡੇ ਨਾਲ ਹੀ ਚੱਲਦਾ, ਜਿਹੜੇ ਆ ਪੈਸੇ ਵੀ ਦੇ ਦਿਆਂਗਾ। ਆਪ ਭਾਰ ਦਾ ਵਿਚਾਰਾ, ਹੁਣ ਮੈਂ ਹਿਰਦੇ ਵਿੱਚ ਵਿਚਾਰ ਕੀਤੀ ਹੈ ਵੀ ਤੁਹਾਡੇ ਨਾਲ ਹੀ ਚੱਲਦਾ ਤੇ ਆ ਜਿਹੜੇ ਪੈਸੇ 20 ਰੁਪਏ ਲਿਆਂਦੇ ਇਹ ਵੀ ਦੇ ਆਵਾਂਗਾ। ਕਹਿਓ ਨਾ ਮੇਟੋ ਚੱਲ ਮਰਦਾਨਾ, ਗੁਰੂ ਸਾਹਿਬ ਜੀ ਕਹਿਣ ਲੱਗੇ, ਭਾਈ ਮਰਦਾਨਾ ਚੱਲ, ਤੇਰਾ ਤੇ ਅਸੀਂ ਕਹਿਆ ਕਦੀ ਮੋੜ ਹੀ ਨਹੀਂ ਸਕਦੇ। ਸੰਗ ਕਾਜ ਹੈ ਤੇਰੇ, ਸੰਗ ਕਾਜ ਹੈ ਤੇਰੇ, ਤੇਰੇ ਨਾਲ ਸਾਨੂੰ ਬਹੁਤ ਤਗੜਾ ਹੀ ਖਾਸ ਹੀ ਕੰਮ ਹੈ। ਗਏ ਨਗਰ ਮਹਿ ਸਦਨਹ ਪਹੁੰਚੇ, ਇਸ ਤਰ੍ਹਾਂ ਜਿਹੜਾ ਸੁਲਤਾਨਪੁਰ ਨਗਰ ਵਿੱਚ ਚਲੇ ਗਏ ਤੇ ਘਰ ਵਿੱਚ ਜਾ ਪਹੁੰਚੇ ਹੈ। ਦਾਸੀ ਤੁਲਸਾ ਹੇਰੇ, ਉਧਰ ਜਿਹੜੀ ਦਾਸੀ ਤੁਲਸਾ ਸੀ ਉਹਨੇ ਸਤਿਗੁਰੂ ਨਾਨਕ ਸਾਹਿਬ ਜੀ ਨੂੰ ਆਉਂਦਿਆਂ ਦੇਖਿਆ ਹੈ। ਠਾਂਡੀ ਅਦੋ ਗੁਹਾਰੀ ਤਬ ਹੀ, ਤਦੋਂ ਉਹ ਦਾਸੀ ਤੁਲਸਾ ਜਿਹੜੀ ਆ ਥੱਲੇ ਚੁਬਾਰੇ ਤੋਂ ਭਾਵ ਖੜੀ ਸੀ, ਥੱਲੇ ਨੀਵੇਂ ਥਾਂ ਤੇ ਖੜੀ ਸੀ ਤੇ ਆਵਾਜ਼ ਲਾਈ ਹੈ, ਬਦੂ ਭਰਾਤ ਜੀ ਆਏ। ਹੇ ਵਹੁਟੀ ਨਾਨਕੀ, ਤੇਰੇ ਭਰਾ ਗੁਰੂ ਨਾਨਕ ਸਾਹਿਬ ਜੀ ਆ ਗਏ ਹਨ। ਹਰਖ ਨਾਨਕੀ ਅੰਗ ਨਾਮੇ ਵਹਿ, ਸੁਣ ਕੇ ਭੈਣ ਨਾਨਕੀ ਜੀ ਦੇ ਅੰਗਾਂ ਵਿੱਚ ਸਮਾਉਂਦੇ ਨਹੀਂ ਖੁਸ਼ੀ ਨਾਲ। ਕੇਕੀ ਘਨ ਗਰਜਾਏ, ਜਿਵੇਂ ਬੱਦਲ ਗੱਜਦੇ ਹੋਣ, ਮੋਰ ਬੜੇ ਖੁਸ਼ ਹੁੰਦੇ, ਇਸੇ ਤਰ੍ਹਾਂ ਭੈਣ ਨਾਨਕੀ ਜੀ ਖੁਸ਼ ਹੋ ਗਏ ਹਨ। ਪਦ ਪੰਕਜ ਪਰ ਧਾਈ ਧਰਿਓ ਸਿਰ, ਜਦੋਂ ਗੁਰੂ ਸਾਹਿਬ ਜੀ ਆਏ ਐ ਤੇ ਚਰਨ ਕਮਲਾਂ ਉੱਪਰ ਦੌੜ ਕੇ ਭੈਣ ਨਾਨਕੀ ਜੀ ਨੇ ਆਪਣਾ ਸੀਸ ਰੱਖ ਦਿੱਤਾ ਹੈ। ਧਰਮ ਪੇਲ ਕਰਤਾ ਹੀ, ਜਿਹੜਾ ਉਸ ਦਾ ਧਰਮ ਸੀ ਨਾ, ਉਹ ਧਰਮ ਨੂੰ ਇੱਕ ਪਾਸੇ ਪਲਟ ਕੇ ਪਰੇ ਕਰਕੇ ਵੀ ਜਿਹੜਾ ਧਰਮ ਤੇ ਛੋਟਿਆਂ ਦਾ ਵੱਡਿਆਂ ਦੇ ਜਿਹੜਾ ਚਰਨੀ ਪੈਣਾ, ਪਰ ਭੈਣ ਨਾਨਕੀ ਜੀ ਵੱਡੇ ਐ ਤੇ ਗੁਰੂ ਨਾਨਕ ਸਾਹਿਬ ਜੀ ਉਮਰਾਂ ਵਿੱਚੋਂ ਛੋਟੇ ਆ। ਉਸ ਧਰਮ ਨੂੰ ਪਲਟ ਕੇ ਭੈਣ ਨਾਨਕੀ ਜੀ ਨੇ ਗੁਰੂ ਜੀ ਦੇ ਚਰਨਾਂ ਉੱਪਰ ਸੀਸ ਰੱਖ ਦਿੱਤਾ ਹੈ। ਜੁਗ ਕਰ ਪਰ ਤਿਹ ਸਿਰ ਤਬ ਲੈ ਕਰ, ਤਦੋਂ ਸਤਿਗੁਰ ਜੀ ਨੇ ਭੈਣ ਨਾਨਕੀ ਜੀ ਨੂੰ ਮੱਥਾ ਟੇਕਣ ਹੀ ਨਹੀਂ ਦਿੱਤਾ। ਦੋਵੇਂ ਜਿਹੜੇ ਹਸਤ ਆ ਨਾ, ਉਹਨਾਂ ਉੱਪਰ ਸੀਸ ਜਿਹੜਾ ਲੈ ਕਰਕੇ ਪਰਮ ਪੁਰਖ ਪੁਨ ਪ੍ਰਾਹੀ, ਜੋ ਸਤਿਗੁਰੂ ਨਾਨਕ ਸਾਹਿਬ ਜੀ ਉਹਨਾਂ ਨੇ ਬਚਨ ਕਿਹਾ, ਜੋ ਪਰਮ ਪੁਰਖ ਮਹਾਨ ਹੀ ਪੁਰਖ ਹੈ ਵੱਡੇ, ਜਾਂ ਤੇ ਹਾਂ ਤੁਮ ਘਰ ਨਹਿ ਆਵਾ। ਕਿਹਾ ਹੈ ਸਤਿਗੁਰ ਜੀ ਨੇ, ਭੈਣ ਨਾਨਕੀ ਜੀ ਇਸੇ ਕਰਕੇ ਅਸੀਂ ਤੁਹਾਡੇ ਘਰ ਨਹੀਂ ਨਾ ਆਉਂਦੇ। ਧਰਤ ਚਰਨ ਸਿਰ ਤਾਈ, ਭੈਣ ਨਾਨਕੀ ਜੀ ਇਸੇ ਕਰਕੇ ਅਸੀਂ ਤੁਹਾਡੇ ਘਰ ਨਹੀਂ ਆਉਂਦੇ, ਕਿਉਂਕਿ ਜਦੋਂ ਅਸੀਂ ਤੁਹਾਡੇ ਘਰ ਆਉਂਦੇ ਹਾਂ ਤੁਸੀਂ ਆਪਣਾ ਜਿਹੜਾ ਸੀਸ ਉਹ ਸਾਡੇ ਚਰਨਾਂ ਤੇ ਰੱਖ ਦਿੰਦੇ ਹੋ। ਬਾਹਰ ਨਾ ਮਿਲੋ ਆਨ ਕਰ ਤੁਮ ਕੋ, ਹੁਣ ਮੈਂ ਕਹਿ ਦੇ ਰਿਹਾ ਹਾਂ ਕਿ ਅੱਜ ਤੋਂ ਵੱਡੀ ਭੈਣ ਮੈਂ ਤੁਹਾਡੇ ਘਰ ਤੁਹਾਨੂੰ ਮਿਲ ਨਹੀਂ ਆਉਣਾ ਹੈ। ਹੋਏ ਔਗਨ ਅਦਕਾਈ, ਕਿਉਂਕਿ ਬੜਾ ਗੁਨਾਹ ਹੁੰਦਾ ਹੈ, ਅਸੀਂ ਛੋਟੇ ਹਾਂ, ਤੁਸੀਂ ਸਾਡੇ ਚਰਨਾਂ ਤੇ ਆਪਣਾ ਸੀਸ ਰੱਖ ਦਿੰਦੇ ਹੋ, ਸਾਡੇ ਤੋਂ ਤੇ ਬੜਾ ਵੱਡਾ ਤੁਸੀਂ ਔਗਣ ਕਰਾ ਦਿੰਦੇ ਹੋ, ਇਹ ਤੇ ਬੜਾ ਵੱਡਾ ਹੀ ਗੁਨਾਹ ਹੋ ਜਾਂਦਾ ਹੈ। ਸੁਨਹੁ ਭਰਾਤ ਜੀ ਜਿਉ ਤੁਮ ਭਖ ਹੋ, ਸੁਣ ਕੇ ਭੈਣ ਨਾਨਕੀ ਜੀ ਨੇ ਕਿਹਾ, ਭਰਾ ਮੇਰੇ ਜੀ ਜਿਸ ਤਰ੍ਹਾਂ ਤੁਸੀਂ ਆਖੋ ਤਿਉ ਆਇਸ ਅਨਸਾਰਾ, ਮੈਂ ਤੇ ਤਿਵੇਂ ਤੁਹਾਡੀ ਆਗਿਆ ਅਨੁਸਾਰ ਹੀ ਆ ਮਹਾਰਾਜ। ਨਿਜ ਦਰਸ਼ਨ ਦੇਵਤ ਮੁਝ ਰਹੀਏ, ਮੇਰੀ ਤੇ ਇਹੀ ਬੇਨਤੀ ਹੈ
ਕਿ ਸਤਿਗੁਰੂ ਜੀ ਆਪਣਾ ਜਿਹੜਾ ਮਹਾਨ ਦਰਸ਼ਨ ਉਹ ਮੈਨੂੰ ਦਿੰਦੇ ਰਹੀਏ ਹਰ ਸਮੇਂ। ਕਰਹੁ ਨਾ ਹਿਰਦੇ ਵਿਸਾਰਾ। ਕਦੇ ਵੀ ਹਿਰਦੇ ਤੋਂ ਸਤਿਗੁਰੂ ਜੀ ਮੈਨੂੰ ਭੁਲਾਉਣਾ ਨਾ ਕਰੋ, ਮੈਨੂੰ ਗਰੀਬਣੀ ਨੂੰ ਵਿਛੋੜੋ ਨਾ। ਨਿਤ ਸਿਮਰਨ ਹੋ ਮਨ ਮਹਿ ਕਰਹੁ। ਵੇਖ ਲੋ ਮਹਾਰਾਜ, ਮੈਂ ਤੁਹਾਨੂੰ ਸਦਾ ਹੀ ਹਮੇਸ਼ਾ ਹੀ ਚਿੱਤ ਦੇ ਵਿੱਚ ਚੇਤੇ ਕਰਦੀ, ਯਾਦ ਹੀ ਕਰਦੀ ਰਹਿਨੀ ਹਾਂ। ਕਬ ਕਬ ਆਵਹੁ ਆਨਾ। ਤੁਸੀਂ ਫੇਰ ਵੀ ਆ ਕਦੀ ਕਦੀ ਮੇਰੇ ਘਰ ਆਉਂਦੇ ਹੋ, ਮੈਂ ਤੇ ਤੁਹਾਨੂੰ ਹਰ ਵੇਲੇ ਸਿਮਰਦੀ ਹਾਂ। ਕਰੁਣਾ ਕਰਤਾ ਰਹੋ ਕਰੁਣਾ ਕਰ। ਇਹ ਕਿਰਪਾ ਦੀ ਖਾਨ ਸਤਿਗੁਰੂ ਜੀ ਮੇਰੇ ਤੇ ਮੇਰੀ ਕਰੋ, ਦਇਆ ਹੀ ਕਰੋ ਹਰ ਵਕਤ। ਕਮਲਾਲਨ ਗਤ ਦਾਨਾ। ਕਮਲ ਵਰਗੇ ਚਿਹਰੇ ਵਾਲੇ ਸਤਿਗੁਰੂ ਜੀ ਮੁਕਤੀ ਦਾਤੇ। ਜਪ ਨਿਜ ਮਨ ਮਹਿ ਮਿਲਨ ਲਾਲਸਾ। ਗੁਰੂ ਸਾਹਿਬ ਜੀ ਨੇ ਕਿਹਾ, ਭੈਣ ਜੀ ਜਦੋਂ ਤੁਹਾਡੇ ਆਪਣੇ ਮਨ ਵਿੱਚ ਸਾਨੂੰ ਮਿਲਣ ਦੀ, ਦਰਸ਼ਨਾਂ ਦੀ ਇੱਛਾ ਹੋਵੇ, ਸਿਮਰਹੁ ਜਸ ਪਦ ਆਵੋ। ਜਦੋਂ ਵੀ ਚੇਤੇ ਕਰੋਗੇ ਅਸੀਂ ਬੜੀ ਛੇਤੀ ਆ ਜਾਵਾਂਗੇ। ਹੋਵੋ ਨਿਕਟ ਕਿਦੋਂ ਕਿਤ ਦੂਰਾ। ਅਸੀਂ ਨੇੜੇ ਹੋਈਏ ਜਾਂ ਦੂਰ ਹੋਈਏ ਕਿਤੇ, ਤਬ ਮੈਂ ਬਿਲਮ ਨਾ ਲਾਵੋ। ਉਸੇ ਵੇਲੇ ਤਦੋਂ ਹੀ ਮੈਂ ਆ ਜਾਵਾਂਗਾ, ਦੇਰੀ ਨਹੀਂ ਲਾਵਾਂਗਾ। ਮਰਦਾਨਾ ਅਬ ਬੇਬੇ ਜੀ ਕੇ। ਉਸ ਵਕਤ ਸਤਿਗੁਰੂ ਜੀ ਨੇ ਭਾਈ ਮਰਦਾਨਾ ਜੀ ਵੱਲ ਦੇਖ ਕੇ ਕਿਹਾ, ਹੈ ਭਾਈ ਮਰਦਾਨਾ, ਹੁਣ ਜੋ ਸਾਡੇ ਵੱਡੇ ਭੈਣ ਬੇਬੇ ਨਾਨਕੀ ਜੀ ਦੇ ਦੇਹੋ ਕਾਲਖਿਕ ਜੋ 20 ਰੁਪਏ ਲਏ ਸਨ, ਉਹ ਤੁਸੀਂ ਹੱਥਾਂ ਵਿੱਚ ਦੇ ਦਿਓ। ਪੰਤ ਨਾਨਕੀ ਜਾਚੇ ਨਾਹੀ। ਭੈਣ ਨਾਨਕੀ ਜੀ ਬੋਲੇ, ਮਹਾਰਾਜ ਰਹਿਣ ਦਿਓ, ਇਹਨਾਂ ਪਾਸ 20 ਰੁਪਏ ਇਹਨਾਂ ਨੇ ਮੰਗੇ ਥੋੜਾ ਸਾਡੇ ਕੋਲੋਂ। ਦੀਨ ਆਪ ਹੀ ਸੋ। ਉਹ ਤੇ ਅਸੀਂ ਬੜੇ ਪ੍ਰੇਮ ਵਿੱਚ ਆ ਕੇ ਆਪ ਹੀ ਦਿੱਤੇ ਆ, ਖੁਸ਼ ਹੋ ਕੇ। ਤੂੰ ਭਗਤਨ ਹਰ ਕੀ ਬਹੁ ਪਿਆਰੀ। ਸਤਿਗੁਰ ਜੀ ਬੋਲੇ, ਹੈ ਭੈਣ ਨਾਨਕੀ, ਜੋ ਪਰਮੇਸ਼ਰ ਹੈ ਨਾ, ਪਰਮਾਤਮਾ, ਉਸ ਦੀ ਤੂੰ ਬਹੁਤ ਪਿਆਰੀ ਵੱਡੀ ਭਗਤਨੀ ਹੈ। ਕਹਿਓ ਵੱਡੇ ਕੋ ਸੁਨ ਹੈ। ਉਹ ਜੋ ਪਰਮੇਸ਼ਰ ਹੈ ਨਾ ਵੱਡਾ, ਉਹ ਵੱਡੇ ਭਗਤਾਂ ਦਾ ਕਿਆ ਹੋਇਆ ਸੁਣ ਲੈਂਦਾ ਹੈ। ਕਹਿ ਸੌਂਪੋ ਹਮ ਢਿਗ ਕਰਤਾਰਾ। ਇਸ ਕਰਕੇ ਤੁਸੀਂ ਬਹੁਤ ਵੱਡੇ ਹੋ, ਤੁਸੀਂ ਕਹਿ ਦਿਓ ਉਸ ਪਰਮੇਸ਼ਰ ਨੂੰ ਤੇ ਸਾਨੂੰ ਸੌਂਪ ਦਿਓ ਉਸ ਮਾਲਕ ਕੋਲ। ਭਲੀ ਬਾਤ ਸਭ ਬਨ ਹੈ। ਜੇ ਤੁਸੀਂ ਇੰਨਾ ਕੰਮ ਕਰ ਦਿਓ ਤੇ ਸਭ ਚੰਗੀ ਤਰ੍ਹਾਂ ਗੱਲਬਾਤ ਬਣ ਠਣ ਜਾਏਗੀ। ਨਾਨਕੀ ਜਾਣਤ ਹੋਗੇ। ਸੁਣ ਕੇ ਭੈਣ ਨਾਨਕੀ ਜੀ ਬੋਲੇ, ਹੈ ਗੁਰੂ ਮਹਾਰਾਜ ਜੀ, ਤੁਸੀਂ ਤਾਂ ਇਸ ਤਰ੍ਹਾਂ ਹੀ ਜਾਣਦੇ ਹੋਵੋਗੇ ਇਹ ਮੁਝ ਭਰਾਤਾ ਜਾਣੇ ਕਿ ਸਾਡੀ ਭੈਣ ਜਿਹੜੀ ਹੈ ਉਹ ਤੁਹਾਨੂੰ ਵੀ ਆਪਣਾ ਭਰਾ ਹੀ ਜਾਣਦੀ, ਭਰਾ ਹੀ ਸਮਝਦੀ ਹੈ। ਪਰਮ ਰੂਪ ਪਰਮੇਸ਼ਰ ਬਾਪ ਤੁਮਾ। ਪਰ ਮਹਾਰਾਜ ਇਹ ਗੱਲ ਨਹੀਂ ਹੈ, ਤੁਸੀਂ ਤੇ ਸਤਿਗੁਰੂ ਜੀ ਉਹ ਤੁਹਾਡਾ ਸਰੀਰ ਤੇ ਉਹ ਹੈ ਜੋ ਮਹਾਨ ਸਰੂਪ ਹੈ ਪਰਮੇਸ਼ਰ। ਪੂਰਨ ਪੁਰਖ ਪ੍ਰਾਨੇ। ਜੋ ਪੂਰਨ ਪੁਰਖ ਹੈ ਤੇ ਪੁਰਾਤਨ ਆਦਿ ਹੈ ਪਰਮੇਸ਼ਰ। ਬਾਰੰਬਾਰ ਕਹਾਉ ਨਾਮੋ ਤੇ। ਇਸ ਕਰਕੇ ਗੁਰੂ ਸਾਹਿਬ ਜੀ ਮੇਰੇ ਕੋ ਬਾਰ-ਬਾਰ ਨਾ ਇਹ ਬਚਨ ਕਹਾਓ, ਜਾਂ ਸਤਿਗੁਰੂ ਜੀ ਕਹਿ ਰਹੇ ਵੀ ਭੈਣ ਜੀ ਆ ਸਾਡੇ ਤੋਂ ਬਾਰ-ਬਾਰ ਆ ਨਾ ਬਚਨ ਕਹਾਓ। ਕਾਲਖੇ ਕਲੀਜਾ ਮਰਦਾਨਾ ਸੁਸਾ ਕਾਲਖੇ ਕਲੀਜਾ। ਕਿਹਾ ਹੈ ਭੈਣ ਜੀ ਆ ਜਿਹੜੇ 20 ਰੁਪਏ ਨਾ ਉਹ ਤੁਸੀਂ ਸਾਡੇ ਤੋਂ ਲੈ ਲਈਏ। ਮਰਦਾਨਾ ਨਿਜ ਬੰਸ ਮਿਰਾਸੀ। ਠੀਕ ਹੈ ਵੀ ਜੋ ਭਾਈ ਮਰਦਾਨਾ ਉਹ ਸਾਡੀ ਬੇਦੀ ਬੰਸ ਦੇ ਮਿਰਾਸੀ ਹਨ। ਪੁੰਨ ਆਵਹਿ ਤਬ ਦੀਜੈ। ਜਦੋਂ ਫੇਰ ਕਿਤੇ ਆਉਣਗੇ ਮੰਗਣ ਤੇ ਉਹਨਾਂ ਨੂੰ ਦੇ ਦਈਏ, ਪਰ ਹੁਣ ਆ ਜਿਹੜੇ ਪੈਸੇ ਆਪਣੇ ਵਾਪਸ ਲੈ ਲਈਏ। ਸ਼ਿਸ਼ਾ ਕਬਹਿ ਨਾ ਭੇਜੋ ਜਾਂ ਕੋ। ਅਸੀਂ ਤੇ ਇਹੀ ਕਹਿੰਦੇ ਆ ਕਿ ਭਾਈ ਮਰਦਾਨਾ ਜੀ ਨੂੰ ਕਦੀ ਜਿਹੜਾ ਖਾਲੀ ਨਾ ਭੇਜੋ। ਤੂੰ ਬੇਦੀ ਕੁਲ ਤਨੀਆ। ਕਿਉਂਕਿ ਭੈਣ ਨਾਨਕੀ ਜੀ ਤੁਸੀਂ ਬੇਦੀਆਂ ਦੀ ਕੁਲ ਦੀ ਸੁਪੁੱਤਰੀ ਹੋ, ਲੜਕੀ ਹੋ। ਸ੍ਰੀ ਚੰਦ ਨਿਜ ਕੋਸ਼ਰ ਪਾਇਓ। ਅਸੀਂ ਕੀ ਤੁਹਾਨੂੰ ਭੈਣ ਜੀ ਦੇ ਸਕਦੇ ਹਾਂ? ਅਸਾਂ ਨੇ ਤੇ ਆ ਸ਼੍ਰੀ ਚੰਦ ਆਪਣੇ ਸੁਪੁੱਤਰ ਨੂੰ ਤੁਹਾਡੀ ਗੋਦ ਵਿੱਚ ਪਾਇਆ ਹੈ। ਤਦਪ ਦੇਵਨਾ ਬਨਿਆ। ਫੇਰ ਵੀ ਜਿਹੜਾ ਹੈ ਸਾਡਾ ਹੀ ਦੇਣਾ ਬਣਦਾ, ਉਲਟਾ ਤੁਸੀਂ ਸਾਨੂੰ ਦੇ ਰਹੇ ਹੋ। ਦੇਣ ਦਾ ਫਰਜ਼ ਤੇ ਸਾਡਾ ਵੀ, ਸਾਡਾ ਪੁੱਤਰ ਵੀ ਤੁਸੀਂ ਗੋਦ ਵਿੱਚ ਪਾਇਆ ਤੇ ਪਾਲ ਰਹੇ ਹੋ।
ਦੇਣਾ ਤੇ ਬਣਦਾ ਹੈ ਸਾਡਾ, ਪਰ ਤੁਸੀਂ ਦੇ ਰਹੇ ਹੋ। ਔਰ ਕਰ ਹਰਖ ਰਜਾਏ ਭਨੀਜਾ, ਹਿਰਦੇ ਵਿੱਚ ਬੜੀ ਖੁਸ਼ੀ ਨਾਲ ਆਗਿਆ ਹੀ ਭੈਣ ਜੀ ਕਹੀਏ ਸਾਨੂੰ। ਹੇਰਾ ਦੇਸ ਵਿਦੇਸਾ, ਮੈਂ ਜਿਹੜਾ ਜਾਵਾਂ ਤੇ ਦੇਸ਼ਾਂ ਨੂੰ ਤੇ ਵਿਦੇਸ਼ਾਂ ਨੂੰ ਵੇਖਾਂ, ਤੁਸੀਂ ਆਗਿਆ ਕਹਿ ਦਈਏ ਹਿਰਦੇ ਵਿੱਚ ਖੁਸ਼ ਹੋ ਕੇ। ਨਹਿ ਚਿੰਤਾ ਚਿਤ ਬੀਚ ਵਿਚਰੀਏ, ਆ ਜਿਹੜੀ ਚਿੱਤ ਵਿੱਚ ਚਿੰਤਾ ਨਾ, ਇਹਨੂੰ ਚਿੱਤ ਵਿੱਚ ਚਿੰਤਾ ਨਾ ਵਿਚਾਰੀ ਕਿਸੇ ਗੱਲ ਦੀ। ਤਰਹੁ ਧੀਰ ਧਰ ਜਾਸਾ, ਵੱਡੀ ਧੀਰਜ ਰੱਖੋ, ਜਿਵੇਂ ਧਰਤੀ ਵਿੱਚ ਧੀਰਜ ਹੁੰਦੀ, ਉਹਨੂੰ ਕੋਈ ਪੁੱਟੀ ਜਾਵੇ, ਕੋਈ ਪੋਚਾ ਫੇਰੀ ਜਾਵੇ, ਉਹ ਧੀਰਜ ਤੇ ਗੰਦ ਪਾਈ ਜਾਵੇ, ਕੋਈ ਸਫਾਈ ਕਰੀ ਜਾਵੇ, ਉਹ ਧਰਤੀ ਜਿਵੇਂ ਰਹਿੰਦੀ ਹੈ ਨਾ ਧੀਰਜਵਾਨ, ਇਸੇ ਤਰ੍ਹਾਂ ਮੇਰੀ ਵੱਡੀ ਭੈਣ ਧੀਰਜ ਹੀ ਰੱਖੋ। ਸਿਮਰਹੁ ਜਬ ਆਵੋ ਤਤਕਾਲਾ, ਮੇਰਾ ਬਚਨ ਤੁਹਾਡੇ ਨਾਲ, ਤੁਸੀਂ ਜਦੋਂ ਵੀ ਚੇਤੇ ਕਰੋ, ਯਾਦ ਕਰੋ, ਮੈਂ ਛੇਤੀ ਆ ਜਾਵਾਂਗਾ। ਕੂਰ ਨਾ ਜਾਣਹੁ ਬੈਨਾ, ਸਾਡਾ ਜਿਹੜਾ ਬਚਨ ਉਹ ਤੁਸੀਂ ਝੂਠ ਨਾ ਜਾਣੋ। ਸੁਨਤ ਸੋਦਰੀ ਸਹਤ ਸਨੇਹਾ, ਸੁਣ ਕੇ ਭੈਣ ਨਾਨਕੀ ਜੀ ਬੜੇ ਪ੍ਰੇਮ ਦੇ ਸਹਿਤ, ਸਕਲ ਬਚਨ ਗੁਣ ਐਨਾ, ਜੋ ਗੁਣਾ ਦੇ ਘਰ ਮਹਾਰਾਜ ਜੀ ਦੇ ਸਾਰੇ ਬਚਨੀ ਬੜੇ ਪ੍ਰੇਮ ਨਾਲ ਹੀ ਸੁਣੇ ਹੈ। ਰਹਤ ਹੈ ਜੇ ਸਦਨ ਨਾ ਆਵੋ, ਮਹਾਰਾਜ ਵੇਖ ਲੋ, ਮੈਂ ਤੇ ਇਹ ਕਹਿ ਰਹੀ ਹਾਂ ਕਿ ਜੇ ਤੁਸੀਂ ਇੱਥੇ ਰਹਿੰਦੇ ਹੋ ਤੇ ਸਾਡੇ ਘਰ ਨਹੀਂ ਆਉਂਦੇ। ਤਦਪ ਭੀ ਤਿਰਵਾਸੂ, ਫੇਰ ਵੀ ਗੁਰੂ ਸਾਹਿਬ ਜੀ ਮੈਨੂੰ ਬੜਾ ਤਰਵਾਸ ਹੈ, ਮੈਨੂੰ ਬੜਾ ਆਸਰਾ ਵੀ ਚਲੋ ਕੋਈ ਨਹੀਂ ਆਏ, ਹੈ ਤੇ ਕੋਲ ਹੀ ਹੈ। ਹੋ ਅਤੀਰ ਵਿਦੇਸ਼ ਗਏ ਤੇ, ਜੇ ਤੁਸੀਂ ਵਿਦੇਸ਼ਾਂ ਵਿੱਚ ਚਲੇ ਗਏ ਆ ਸੁਲਤਾਨਪੁਰ ਨੂੰ ਛੱਡ ਕੇ, ਮੈਂ ਤੇ ਬੇਹੌਸਲਾ ਹੋ ਜਾਗੀ, ਧੀਰਜਤਾ ਤੋਂ ਰਹਿਤ ਹੋ ਜਾਗੀ। ਸੁਨੋ ਨਾ ਪਿਖਾਂ ਪਾਸੂ, ਕਿਉਂਕਿ ਨਾ ਮੈਂ ਸੁਣਾਂਗੀ ਵੀ ਗੁਰੂ ਸਾਹਿਬ ਜੀ ਬਾਹਰ ਕਿਤੇ ਬਿਰਾਜਮਾਨ ਹਨ, ਨਾ ਕਿਤੇ ਅੱਖਾਂ ਨਾਲ ਦੇਖ ਹੀ ਸਕਾਂਗੀ, ਤੁਹਾਡਾ ਨਾ ਦਰਸ਼ਨ ਹੀ ਕਰ ਸਕਾਂਗੀ। ਤਜ ਕਰ ਮੋਹ ਜਾਤ ਹੋ ਹਮਾਰਾ, ਸਤਿਗੁਰ ਜੀ ਵੇਖ ਲਓ, ਤੁਸੀਂ ਤੇ ਸਾਡਾ ਜਿਹੜਾ ਮੋਹ ਪ੍ਰੇਮਣਾ ਉਹ ਛੱਡ ਕੇ ਜਾਂਦੇ ਹੋ। ਕਿਉਂ ਭਾਵ ਹੈ ਔਰ ਤੇਰੇ, ਕਿਉਂ ਤੁਹਾਡੇ ਆ ਹਿਰਦੇ ਵਿੱਚ ਚੰਗਾ ਲੱਗਦਾ ਹੈ ਮਹਾਰਾਜ, ਕਿਉਂ ਤੁਹਾਨੂੰ ਇਹ ਪਾਉਂਦਾ ਵੀ ਅਸੀਂ ਛੱਡ ਕੇ ਚਲੇ ਜਾਈਏ। ਸਭ ਮਨ ਕੀ ਤੁਮ ਜਾਣ ਬੂਝ ਕੇ, ਸਤਿਗੁਰੂ ਜੀ ਸਾਡੇ ਮਨ ਦੀ ਤੁਸੀਂ ਸਭ ਤਰ੍ਹਾਂ ਨਾਲ ਜਾਣ ਕੇ ਬੁੱਝ ਕੇ ਸਮਝ ਕੇ, ਕਿਉਂ ਨ ਰਹੋ ਟਿਗ ਮੇਰੇ, ਕਿਉਂ ਨਾ ਰਹੋ ਟਿਗ ਮੇਰੇ, ਤੁਸੀਂ ਕਿਉਂ ਨਹੀਂ ਮਹਾਰਾਜ ਮੇਰੇ ਕੋਲ ਰਹਿੰਦੇ। ਮੇਰਾ ਤੇ ਤੁਹਾਡੇ ਬਿਨਾ ਗੁਜ਼ਾਰਾ ਨਹੀਂ ਹੈ, ਤੁਸੀਂ ਸਾਨੂੰ ਛੱਡ ਕੇ ਜਾਣਾ ਚਾਹੁੰਦੇ ਹੋ। ਚਾਹੀਏ ਮੋਹ ਤਜਨ ਸੁਨ ਭਗਨੀ, ਗੁਰੂ ਨਾਨਕ ਸਾਹਿਬ ਜੀ ਬਚਨ ਕਹਿਣ ਲੱਗੇ, ਭੈਣ ਨਾਨਕੀ ਜੀ ਜਿਹੜਾ ਮੋਹ ਨਾ ਇਹ ਬਹੁਤ ਮਾੜਾ, ਇਹਨੂੰ ਛੱਡਣਾ ਹੀ ਚਾਹੀਦਾ ਹੈ। ਰਾਜ ਸਨੇਹ ਜੇ ਬੰਦੇ, ਸੁਣ ਭੈਣ, ਇਹ ਮੋਹ ਨੂੰ ਛੱਡ ਹੀ ਦੇਣਾ ਚਾਹੀਦਾ ਹੈ। ਆ ਜਿਹੜੇ ਲੋਕ ਮਨੋਕਾ ਮੋਹ ਦੀ ਰੱਸੀ ਨਾਲ ਬੰਨੇ ਹੋਏ ਐ, ਨਹਨ ਕੇਤ ਤੇ ਨਿਕਸਨ ਪਾਵਹਿ, ਉਹ ਐਸੇ ਵੱਜ ਜਾਂਦੇ, ਉਹ ਘਰ ਦੇ ਵਿੱਚੋਂ ਨਿਕਲ ਨਹੀਂ ਪਾਉਂਦੇ, ਉਹ ਕਦੀ ਘਰ ਵਿੱਚੋਂ ਨਿਕਲ ਹੀ ਨਹੀਂ ਸਕਦੇ, ਛੱਡ ਹੀ ਨਹੀਂ ਸਕਦੇ। ਕਹਿੰਦੇ ਘਰ ਕਿਵੇਂ ਛੱਡੀਏ, ਮੇਰਾ ਪੁੱਤ ਮੇਰੀ ਧੀ, ਇਹਨਾਂ ਬਿਨਾ ਮੇਰਾ ਕਿਵੇਂ ਗੁਜ਼ਾਰਾ ਹੋਊਗਾ। ਅਸ਼ਟ ਜਾਮ ਫਸਤੰਦੇ, ਉਹ ਤੇ ਅੱਠੇ ਪੈਰ ਹੀ ਜਿਹੜਾ ਧੰਦਿਆਂ ਵਿੱਚ ਹੀ ਫਸੇ ਰਹਿੰਦੇ, ਰਾਤ ਦਿਨ ਉਹਨਾਂ ਦਾ ਵੇਲ ਨਹੀਂ ਲੱਗਦਾ। ਧਰ ਔਰ ਧੀਰ ਵਿਚਾਰ ਬਵੇਕੂ, ਇਸ ਕਰਕੇ ਮੇਰੀ ਵੱਡੀ ਭੈਣ ਹਿਰਦੇ ਵਿੱਚ ਧੀਰਜ ਧਾਰ ਤੇ ਸਤ ਅਸਤ ਦੀ ਵਿਚਾਰ ਕਰ। ਤੂੰ ਦੱਸ ਵੀ ਆ ਜਿਹੜਾ ਸੰਸਾਰ ਇਹ ਝੂਠਾ ਹੈ ਕਿ ਨਹੀਂ ਹੈ, ਝੂਠਾ ਹੈ, ਉਹ ਪਰਮੇਸ਼ਰ ਸੱਚ ਹੈ, ਉਹਦੀ ਵਿਚਾਰ ਕਰ। ਸਿਮਰਨ ਤੇ ਮੈਂ ਆਵਾਂ, ਜਦੋਂ ਤੁਸੀਂ ਚੇਤੇ ਕਰੋਗੇ ਅਸੀਂ ਉਸੇ ਵੇਲੇ ਆ ਜਾਵਾਂਗੇ। ਦੇਸ਼ ਵਿਦੇਸ਼ ਦੇਖਣੇ ਇੱਛਾ, ਜੋ ਇਹ ਦੇਸ਼ ਹੈ ਤੇ ਬਾਹਰਲੇ ਇਲਾਕੇ ਵਿਦੇਸ਼ ਹੈ, ਉਹਨਾਂ ਨੂੰ ਦੇਖਣ ਦੀ ਸਾਡੀ ਇੱਛਾ ਹੈ। ਲੈਨ ਦੇਸ ਤੁਮ ਜਾਵੋ, ਤੁਹਾਡੀ ਮੈਂ ਆਗਿਆ ਪਾ ਕੇ ਮੈਂ ਜਾਵਾਂਗਾ। ਬਹੁ ਬਿਦ ਬਦਤ ਬਚਨ ਦੇ ਧੀਰਾ, ਭੈਣ ਤੁਸੀਂ ਆਗਿਆ ਦਿਓ ਮੈਂ ਜਾਵਾਂ,
ਬਹੁਤ ਤਰ੍ਹਾਂ ਦੇ ਬਚਨ ਕਹਿ ਕੇ ਸਤਿਗੁਰੂ ਜੀ ਨੇ ਤੇ ਧੀਰਜ ਦੇ ਕੇ ਦਏ ਕਾਰ ਖਿਕਸੋ ਉਹ ਜਿਹੜੇ 20 ਰੁਪਏ ਬਦੋ ਬਦੀ ਹੱਥ ਵਿੱਚ ਦੇ ਹੀ ਦਿੱਤੇ ਹਨ। ਲੈ ਕਰ ਵਿਦਾ ਚੱਲੇ ਦੁਖ ਭੰਜਨ ਜੋ ਦੁੱਖਾਂ ਨੂੰ ਭੰਨਣ ਵਾਲੇ ਗੁਰੂ ਨਾਨਕ ਸਾਹਿਬ ਜੀ, ਜਿਨ੍ਹਾਂ ਦਾ ਨਾਮ ਵੀ ਦੁੱਖਾਂ ਨੂੰ ਭੰਨਣ ਵਾਲਾ, ਦੁੱਖ ਭੰਜਨ ਤੇਰਾ ਨਾਮ ਜੀ, ਸਤਿਗੁਰ ਜੀ ਭੈਣ ਜੀ ਦੀ ਵਿਦਿਆ ਲੈ ਕਰਕੇ ਚੱਲੇ ਹਨ। ਮਰਦਾਨਾ ਸੰਗ ਦੋ ਨਾਲ ਭਾਈ ਮਰਦਾਨਾ ਜੀ ਤੇ ਸਤਿਗੁਰ ਜੀ ਦੋਵੇਂ। ਬਿਰਹਿ ਪੀਰ ਤੇ ਰੋਦਤ ਭਗਨੀ ਇਧਰ ਭੈਣ ਨਾਨਕੀ ਜੀ ਵੀ ਵਿਛੋੜਾ ਹੋ ਜਾਣਾ, ਵਿਛੋੜੇ ਦੀ ਪੀੜ ਕਰਕੇ ਰੋਂਦੇ ਹਨ। ਰਾਖਨ ਬਸ ਨਹ ਚਲਈ ਪਰ ਵੀ ਸਤਿਗੁਰ ਜੀ ਨੂੰ ਮੈਂ ਕੋਲ ਰੱਖ ਲਵਾਂ, ਬਸ ਵੀ ਨਹੀਂ ਚੱਲਦਾ। ਕਹਿਤ ਸੰਤੋਖ ਸਿੰਘ ਭਾਪੂਰਨ ਧਿਆਏ ਭਾਈ ਸੰਤੋਖ ਸਿੰਘ ਜੀ ਕਹਿੰਦੇ ਆ, ਗੁਰੂ ਕੀ ਸਾਧ ਸੰਗਤ ਜੀ ਪਿਆਰਿਓ, ਗੁਰਮੁਖੋ ਇੱਥੇ ਅਧਿਆਏ ਪੂਰਨ ਹੋ ਗਿਆ ਹੈ। ਦੁਖ ਦਲ ਮਲਈ ਜੋ ਇਹ ਵੱਡੇ ਵੱਡੇ ਦੁੱਖਾਂ ਨੂੰ ਦਲਮਲ ਦੇਣ ਵਾਲਾ ਹੈ, ਖਤਮ ਕਰ ਦੇਣ ਵਾਲਾ, ਨਾਸ਼ ਕਰ ਦੇਣ ਵਾਲਾ ਸਤਿਗੁਰੂ ਜੀ ਦਾ ਐਸਾ ਕਥਾ ਦਾ ਪ੍ਰਸੰਗ ਇੱਥੇ ਸਮਾਪਤ ਹੋਇਆ ਹੈ। ਜੋ ਸਤਿਗੁਰੂ ਜੀ ਦੁੱਖਾਂ ਨੂੰ ਮਾਲਦਾਲ ਦੇਣ ਵਾਲੇ ਹੈ, ਨਾਸ਼ ਕਰ ਦੇਣ ਵਾਲੇ ਹੈ, ਉਹਨਾਂ ਦੀ ਇਹ ਕਥਾ ਦਾ ਇੱਥੇ ਪ੍ਰਸੰਗ ਸਮਾਪਤ ਹੋਇਆ ਹੈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ ਵਿਦਾ ਹੋਮਨ ਪ੍ਰਸੰਗ ਵਰਨਨ ਨਾਮ 36ਵਾਂ ਅਧਿਆਏ। ਇੱਥੇ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥ ਦਾ ਜਿਹੜਾ 36ਵਾਂ ਅਧਿਆਇ ਉਹ ਸਮਾਪਤ ਹੋਇਆ। ਜਿਵੇਂ ਸਤਿਗੁਰੂ ਜੀ ਨੇ ਭੈਣ ਨਾਨਕੀ ਜੀ ਪਾਸੋਂ ਵਿਦਿਆ ਲੈ ਕਰਕੇ ਐਮਣਾਬਾਦ ਦੀ ਧਰਤੀ ਵੱਲ ਚਾਲਾ ਮਾਰਨਾ ਕੀਤਾ, ਉਹ ਪ੍ਰਸੰਗ ਆਪਾਂ ਸਰਵਣ ਕਰਾਂਗੇ। ਜਿਵੇਂ ਕੱਲ ਕਥਾ ਵਿਚਾਰ ਆਵੇਗੀ ਵੀ ਭਾਈ ਸੰਤੋਖ ਸਿੰਘ ਜੀ ਨੂੰ ਇਹ ਇਤਿਹਾਸ ਲਿਖਣ ਦੀ ਜ਼ਰੂਰਤ ਕਿਉਂ ਪਈ, ਕਿਹਨਾਂ ਪੁਸਤਕਾਂ ਤੋਂ ਲਿਖਿਆ, ਕਿਵੇਂ ਇਹਦੇ ਵਿੱਚ ਵਿਗਾੜ ਹੋਇਆ, ਉਹ ਪ੍ਰਸੰਗ ਆਪਾਂ ਕੱਲ ਸਰਵਣ ਕਰਾਂਗੇ। ਹੁਣ ਇੱਥੇ ਆਪਾਂ ਸਮਾਪਤੀ ਕਰੀਏ ਜੀ। ਬਿਰਹਿ ਪੀਰ ਤੇ ਰੋਦਤ ਭਗਨੀ ਰਾਖਨ ਬਸ ਨਹ ਚਲਈ ਕਹਿਤ ਸੰਤੋਖ ਸਿੰਘ ਭਾਪੂਰਨ ਧਿਆਏ ਦੁਖ ਦਲ ਮਲਈ। ਇਤ ਸ੍ਰੀ ਗੁਰੂ ਨਾਨਕ ਪ੍ਰਕਾਸ਼ ਗ੍ਰੰਥੇ ਪੂਰ ਬਾਰ ਦੇ ਵਿਦਾ ਹੋਮਨ ਪ੍ਰਸੰਗ ਵਰਨਨ ਨਾਮ 36ਵਾਂ ਅਧਿਆਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।